सतनाम वाहिगुरु साहिब जीओ। चंदन ज्यों बन खंड विच ओह आप लुकाए, पारस अंदर परबतां होए गुप्त बलाए। सत समुंदी मानसर नह अलख लखाए, ज्यों पर छिन्ना पार जात नह परगटियाए। ज्यों जग अंदर काम तेन नह आप जनाए। सतगुर दा उपदेश लै क्यों आप गणाए। सतगुर दा उपदेश लै क्यों आप गणाए। वाहिगुरु जी का खालसा वाहिगुरु जी की फतेह। सतगुरु गरीब नवाज पातशाह दीन दुनिया दे मालिक, दसां पातशाहियां दे प्रतख स्वरूप, समर्थ गुरु प्रतख गुरु श्री गुरु ग्रंथ साहिब जी की चरण शरण विच जुड़ बैठे सत्कारयोग सन्मानयोग साध संगत जी, अज दे समय विच भाई गुरदास जी द्वारा उचारण कीतियां 12 विच 9वीं वार दियां कुछ पौड़ियां 15 नंबर 18 19 ते 20 ये विचारन का यतन करांगे। पहले शब्दों विच भाई साहब ने बख्शिश की है, उदाहरणा दित्तियां ने। कहंदे जिन्नियां भी कीमती वस्तुआं ने इस जगत विच अपने आप नूं प्रगट नहीं करदियां, लुका के रखदियां ने। जिन्नी कीमती वस्तु होएगी बंदा उहनूं पर्दे विच ओहले विच लुका के रखेगा। इस कारण जगत दे धन वास्ते बंदे दे जामे विच जिहदी कोई लोड़ नहीं सी और एक चीज़ लाई गई, उहनूं कहंदे ने जेब। जेब क्यों लाई गई? क्योंकि धन पर्दे विच रखिया जाए, धन नूं थोड़ा जिहा लुका के प्रगट ना होण दे। ज्यों धन कोल आएगा ਉਹਦੇ नाल ही लुकाउण दी बिरती आउंदी। भाई गुरदास जी कहंदे वेखो चंदन दा रुख, चंदन दा बूटा जंगल विच उग्या, बड़ी सुगंधी ਉਹਦੇ विच, पर उन्हें कदी अपनी सुगंधी नूं प्रगट करन वास्ते अपने आप नूं उच्चा नहीं कीता, सगों लुको के रखिया। क्योंकि सियाणे कहंदे भी चंदन का जिहड़ा बूटा है इहदा आकार बहुत छोटा हुंदा। बावण चंदन नूं तां कहंदे भी उहदा आकार सिर्फ 52 कु उंगलां जां इदों भी घट हुंदा है, इहदे तो वड्डा नहीं। बांस बहुत उच्चा है। इन्हां दोवां दी उदाहरण बाणी विच दित्ती गई है। बांस उच्चा बहुत, बांस दे विच कई तरह के अवगुण ने। एक तो विचों खाली है, विचों सखना है, सुराख है उहदे विच। दूजा उहदे विच नुक्स ये है भी उहदी छां कोई नहीं। तीसरा जदों तेज हनेरी चलदी है, तेज हवा चलदी है तो उधरों जेठ दे महीने की धुप पैंदी है, बांस जदों आपस विच खहिंदा है तो उस खैण दे नाल अग दीयां चंगाड़ियां पैदा होंदियां ने ते जंगल नूं अग लग जांदी है। ये सारे अवगुण उदाहरणां
ਮਨਮੁਖ ਦੀਆਂ ਉਦਾਹਰਨਾਂ ਤਾਂ ਦਿੱਤੀਆਂ ਗਈਆਂ ਨੇ ਕਿ ਇਹ ਬਾਂਸ ਵਰਗਾ ਹੈ, ਬਾਂਸ ਵਰਗੀ ਇਹਦੀ ਬਿਰਤੀ ਹੈ। ਆਪਸ ਵਿੱਚ ਖਹਿੰਦਾ ਹੈ, ਅੱਗ ਨਿਕਲਦੀ, ਪਰ ਚੰਦਨ ਦਾ ਗੁਣ ਬਹੁਤ ਉੱਚਾ ਹੈ, ਉਹਦੇ ਵਿੱਚੋਂ ਸੁਗੰਧੀ ਆ ਰਹੀ ਹੈ। ਪਰ ਕਹਿੰਦੇ ਉਹ ਵੱਡਾ ਨਹੀਂ, ਉਹਦਾ ਆਕਾਰ ਬਿਲਕੁਲ ਛੋਟਾ ਹੈ, ਲੁਕਾ ਕੇ ਰੱਖੇਗਾ। ਭਾਈ ਗੁਰਦਾਸ ਜੀ ਕਹਿੰਦੇ ਚੰਦਨ ਜਿਉਂ ਬਣ ਖੰਡ ਵਿੱਚ ਉਹ ਆਪ ਲੁਕਾਏ। ਅਖੀਰ ਤੇ ਨਾਲ ਜੋੜਿਆ, ਇੱਕ ਗੱਲ ਨੂੰ ਵਾਰ-ਵਾਰ ਕਿਹਾ, ਕਹਿੰਦੇ ਸਤਿਗੁਰ ਦਾ ਉਪਦੇਸ਼ ਲੈ ਕਿਉਂ ਆਪ ਗਣਾਏ। ਕਹਿੰਦੇ ਫਿਰ ਜੇ ਇੱਕ ਕੀਮਤੀ ਰੁੱਖ ਛੋਟਾ ਜਿਹਾ ਚੰਦਨ ਆਪਣੇ ਆਪ ਨੂੰ ਲੁਕਾ ਕੇ ਰੱਖਦਾ ਹੈ, ਤੇ ਭਲਾ ਜਿਹਦੇ ਕੋਲ ਗੁਰੂ ਦੀ ਬਖਸ਼ਿਸ਼, ਗੁਰੂ ਦੇ ਨਾਮ ਦਾ ਖਜ਼ਾਨਾ ਹੈ, ਉਹ ਆਪਣੇ ਆਪ ਨੂੰ ਪ੍ਰਗਟ ਕਿਉਂ ਕਰੇ? ਉਹ ਕਿਉਂ ਦੱਸਦਾ ਫਿਰੇ ਵੀ ਮੇਰੇ ਕੋਲ ਬੜੀ ਬੰਦਗੀ ਹੈ, ਮੇਰੇ ਕੋਲ ਬੜਾ ਧਰਮ ਹੈ? ਭਾਵ ਕਹਿਣ ਤੋਂ ਉਹ ਲੁਕਾਏਗਾ, ਇਸ ਚੀਜ਼ ਨੂੰ ਲੁਕਾ ਕੇ ਰੱਖੇਗਾ। ਪਹਿਲੀ ਬਿਰਤੀ, ਕਿਉਂਕਿ ਸਤਿਗੁਰੂ ਦਾ ਹੁਕਮ ਵੀ ਹੈ ਸਿੱਖ ਨੂੰ ਬਈ ਇੱਕ ਗੱਲ ਚੇਤੇ ਰੱਖੀ, ਜਿਹੜੀ ਚੀਜ਼ ਨੂੰ ਦੱਬੀਦਾ ਉਹ ਉੱਗਦੀ ਏ, ਜਿਹੜੀ ਬਾਹਰ ਕੱਢ ਦਈ ਉਹ ਬੀਜ ਸੁੱਕ ਜਾਂਦਾ ਹੈ। ਇੱਕ ਤੇ ਸਿਧਾਂਤ ਬਿਲਕੁਲ ਸਿੱਧਾ ਹੈ, ਬੀਜ ਨੂੰ ਜ਼ਮੀਨ ਦੇ ਉੱਤੇ ਰੱਖ ਦਿਓ, ਹਵਾ ਤੇ ਧੁੱਪ ਨਾਲ ਸੁੱਕ ਜਾਏਗਾ, ਉੱਗਣ ਜੋਗਾ ਨਹੀਂ ਰਹਿੰਦਾ, ਉੱਥੇ ਹੀ ਸੁੱਕ ਸੜ ਜਾਏਗਾ। ਉਸੇ ਬੀਜ ਨੂੰ ਜ਼ਮੀਨ ਵਿੱਚ ਗੱਡ ਦਿਓ ਤੇ ਜ਼ਮੀਨ ਦੇ ਵਿੱਚ ਗੱਡਣ ਦੇ ਨਾਲ ਉਹ ਹੀ ਬੀਜ ਉੱਗ ਪਏਗਾ। ਬੀਜ ਨੂੰ ਲੁਕਾ ਦਿਓ ਤੇ ਉੱਗੇਗਾ, ਜੇ ਪ੍ਰਗਟ ਕਰੋ ਤੇ ਸੁੱਕ ਜਾਏਗਾ। ਉਦਾਹਰਨ ਇਹ ਤਾਂ ਦਿੱਤੀ ਗਈ ਬਈ ਤੂੰ ਇੱਕ ਗੱਲ ਚੇਤੇ ਰੱਖ, ਜੇ ਤੂੰ ਬੰਦਗੀ ਕਰਨਾ ਹੈ ਜਾਂ ਸੇਵਾ ਕਰਨਾ ਹੈ ਜਾਂ ਸ਼ੁਭ ਕਰਮ ਕਰਨਾ ਹੈ, ਇਹਨਾਂ ਨੂੰ ਤੂੰ ਸਾਹਮਣੇ ਸੰਸਾਰ ਦੇ ਪ੍ਰਗਟ ਕਰਕੇ ਵਿਖਾਈ ਨਾ। ਜਿੰਨਾ ਲੁਕਾਏਗਾ ਓਨਾ ਜ਼ਿਆਦਾ ਇਹਦੀ ਸ਼ਕਤੀ ਵੱਧ ਜਾਏਗੀ, ਜਿੰਨਾ ਇਹਨੂੰ ਲੁਕਾ ਕੇ ਰੱਖੇਗਾ ਓਨੀ ਇਹਦੀ ਪਾਵਰ ਵੱਧ ਜਾਏਗੀ। ਇਹ ਠੀਕ ਹੈ, ਸਤਿਗੁਰਾਂ ਦਾ ਇੱਕ ਹੋਰ ਸਿਧਾਂਤ ਵੱਖਰਾ ਹੈ। ਉਹ ਸਿਧਾਂਤ ਇਹ ਹੈ ਕਿ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਇਹ ਇੱਕ ਅਗਲੀ ਅਵਸਥਾ ਹੈ, ਵੱਖਰੀ ਵੱਖਰੀ ਕਲਾਸ ਹੈ ਨਾ। ਪਹਿਲਾਂ ਇਹ ਹੁਕਮ ਹੈ ਬਈ ਲੋੜ ਤੋਂ ਵੱਧ, ਕਿਉਂਕਿ ਅੰਦਰ ਇੱਕ ਬੰਦੇ ਦੇ ਬਿਰਤੀ ਹੁੰਦੀ ਜਿਹੜੀ ਬੰਦੇ ਦਾ ਬਹੁਤ ਨੁਕਸਾਨ ਕਰਦੀ। ਉਹ ਬਿਰਤੀ ਕਿਹਨੂੰ ਕਿਹਾ ਵੀ ਤੂੰ ਵੰਡੀ ਜਾ। ਹੁਣ ਵੇਖੋ, ਗੁਰੂ ਇੱਕ ਤੇ ਉਪਦੇਸ਼ ਦੋ, ਇੱਕ ਥਾਂ ਤੇ ਕਹਿੰਦੇ ਵੀ ਲੁਕੋ ਕੇ ਰੱਖ, ਇੱਕ ਥਾਂ ਤੇ ਕਹਿੰਦੇ ਵੰਡ। ਗੁਰੂ ਇੱਕ, ਸਿੱਖ ਵੀ ਇੱਕੋ ਤੇ ਉਪਦੇਸ਼ ਦੋ ਕਿਉਂ? ਉਹਦਾ ਕੀ ਕਾਰਨ ਹੈ? ਬਹੁਤ ਵੱਡਾ ਕਾਰਨ ਹੈ ਉਹਦਾ। ਇੱਕੋ ਉਪਦੇਸ਼ ਇੱਕ ਵਾਸਤੇ ਹੈ, ਦੂਜਾ ਉਪਦੇਸ਼ ਦੂਜੇ ਵਾਸਤੇ ਹੈ। ਗੁਰੂ ਇੱਕੋ ਹੀ ਹੈ। ਸਤਿਗੁਰੂ ਵੇਖ ਲੈਂਦੇ ਨੇ, ਕਹਿਣ ਲੱਗੇ ਜੇ ਤੇ ਤੇਰੇ ਅੰਦਰ ਕੁਝ ਬਣ ਕੇ ਬਹਿਣ ਦੀ ਬਿਰਤੀ ਹੈ, ਫਿਰ ਤੇ ਲੁਕੋ ਕੇ ਰੱਖ, ਫਿਰ ਪ੍ਰਗਟ ਨਾ ਕਰ, ਫਿਰ ਨਾ ਤੂੰ ਕਿਸੇ ਨਾਲ ਗੱਲ ਕਰ। ਤੇ ਜੇ ਤੇਰੇ ਅੰਦਰ ਪਰਉਪਕਾਰ ਦੀ ਭਾਵਨਾ ਹੈ, ਤੂੰ ਆਪ ਕੁਝ ਬਣਨਾ ਨਹੀਂ ਚਾਹੁੰਦਾ, ਤੂੰ ਬਣਨਾ ਚਾਹੁੰਦਾ ਹੈ, ਤੇ ਫਿਰ ਵੰਡੀ ਜਾ। ਉਹਦਾ ਇੱਕੋ ਹੀ ਕਾਰਨ ਨੇ। ਜਿਹੜਾ ਬੰਦਾ ਧਰਮ ਦੇ ਮਾਰਗ ਤੇ ਕੋਈ ਕਰਮ ਕਰਦਾ ਤੇ ਬਣਨਾ ਚਾਹੁੰਦਾ ਹੈ, ਉਹਦੀ ਸ਼ਕਤੀ ਦੇ ਸੋਮੇ ਬਿਲਕੁਲ ਛੋਟੇ ਰਹਿ ਜਾਂਦੇ ਨੇ, ਉਹਦੀਆਂ ਤਾਕਤ, ਉਹਦੀਆਂ ਤਾਰਾਂ ਪਿੱਛੋਂ ਟੁੱਟ ਜਾਂਦੀ, ਉਹ ਥੋੜ੍ਹੇ ਜਿਹੇ ਛਪੜੀ ਵਾਂਗ ਹੋ ਜਾਂਦਾ, ਛੋਟਾ ਹੈ। ਉਹਨੂੰ ਕਹਿ ਵੀ ਤੂੰ ਨਾ ਦੱਸੀ, ਤੂੰ ਨਾ ਇਸ ਨੂੰ ਵੰਡ, ਕਿਉਂਕਿ ਤੇਰੀ ਛਪੜੀ ਬਿਲਕੁਲ 5-7 ਫੁੱਟ ਦੀ ਏ, ਇਹਨੇ ਝੱਟ ਸੁੱਕ ਜਾਣਾ। ਪਰ ਜਿਹੜਾ ਖੂਹ ਬਣ ਗਿਆ, ਉਹਨੂੰ ਕਿਹਾ ਵੀ ਤੇਰੇ ਸੋਮੇ ਹੁਣ ਮੇਰੇ ਨਾਲ ਹੀ ਜੁੜ ਗਏ ਨੇ, ਹੁਣ ਇਹ ਤੇਰਾ ਤੇ ਹੈ ਹੀ ਨਹੀਂ। ਜਿਹਨੂੰ ਸਤਿਗੁਰੂ ਨੇ ਕਹਿ ਦਿੱਤਾ ਵੀ ਜੇ ਤੇ ਤੇਰੇ ਅੰਦਰ ਕੁਝ ਬਣਨ ਦੀ ਬਿਰਤੀ ਏ, ਫਿਰ ਤੇ ਬਿਲਕੁਲ ਨਾ ਵੰਡੀ, ਨਾ ਦੱਸੀ। ਤੇ ਜੇ ਤੇਰੇ ਅੰਦਰ ਬਿਰਤੀ ਏ ਵੀ ਹਉ ਨਾਹੀ ਕਿਛ ਮੈਂ ਨਾਹੀ ਕਿਛ ਆਹੇ ਨਾ ਮੋਰਾ, ਜੇ ਤੇਰੇ ਵਿੱਚ ਇਹ ਬਿਰਤੀ ਹੈ ਕਿ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ, ਫਿਰ ਕੋਈ ਹਰਜ ਨਹੀਂ। ਕਿਉਂਕਿ ਜੇ ਤੂੰ ਕੁਝ ਵੀ ਵੰਡੇਗਾ, ਜੇ ਤੂੰ 1 ਕਿਲੋ ਵੰਡੇਗਾ, ਮੈਂ ਤੈਨੂੰ 1 ਮਣ ਹੋਰ ਦੇ ਦਿਆਂਗਾ। ਉਹ ਵੱਖਰਾ ਆਦਮੀ ਹੈ। ਦੋਵਾਂ ਵਾਸਤੇ ਉਪਦੇਸ਼ ਵੱਖਰੇ ਨੇ। ਇਸ ਕਰਕੇ ਭਾਈ ਗੁਰਦਾਸ ਕਹਿੰਦੇ ਆਰੰਭ ਦੇ ਵਿੱਚ, ਸ਼ੁਰੂ ਵਿੱਚ ਇਹ ਹੀ ਬਣਦਾ ਹੈ। ਇਹ ਇੱਕ ਚੰਗੀ ਗੱਲ ਹੈ
ਕਹਿੰਦੇ ਚੰਦਨ ਜਿਉਂ ਬਣ ਖੰਡ ਵਿੱਚ ਉਹ ਆਪ ਲੁਕਾਏ। ਜਿਵੇਂ ਚੰਦਨ ਦਾ ਬੂਟਾ ਬੜੇ ਗੁਣਾਂ ਨਾਲ ਭਰਿਆ ਹੈ, ਸੁਗੰਧੀ ਨਾਲ ਤੇ ਠੰਡਕ, ਦੋ ਗੁਣ ਨੇ ਉਹਦੇ ਵਿੱਚ, ਪਰ ਉਹ ਆਪਣੇ ਆਪ ਨੂੰ ਲੁਕਾ ਕੇ ਰੱਖਦਾ ਹੈ। ਕਹਿਣ ਲੱਗੇ ਜਿਉਂ-ਜਿਉਂ ਤੇਰੇ ਵਿੱਚ ਨਾਮ ਦੀ ਸੁਗੰਧੀ ਪੈਦਾ ਹੋਵੇ, ਜਿਉਂ-ਜਿਉਂ ਤੇਰੇ ਅੰਦਰ ਗੁਣ ਪੈਦਾ ਹੋਣ, ਚੰਗਿਆਈ ਪੈਦਾ ਹੋਵੇ, ਪਰ ਉਪਕਾਰ ਪੈਦਾ ਹੋਵੇ, ਅੰਦਰੋਂ ਖਿਆਲ ਰੱਖੀ, ਕਿਉਂਕਿ ਹੰਕਾਰ ਉੱਥੇ ਵੀ ਖੜਾ ਹੋ ਸਕਦਾ, ਵਿੱਚੋਂ ਪ੍ਰਗਟ ਹੋਵੇਗਾ। ਤੇ ਜਿਉਂ ਹੀ ਹੰਕਾਰ ਅੰਦਰ ਬਣਿਆ, ਉਹਨੇ ਤੇਰੇ ਚੰਗੇ ਗੁਣਾਂ ਨੂੰ ਵੀ ਅੰਦਰੋਂ ਖੋਖਲਾ ਕਰ ਦੇਣਾ, ਉਹਨਾਂ ਦੀ ਤਾਕਤ ਘਟ ਜਾਏਗੀ। ਫਿਰ ਕਹਿੰਦੇ ਪਾਰਸ ਅੰਦਰ ਪਰਬਤਾਂ ਹੋਏ ਗੁਪਤ ਬੁਲਾਏ। ਪਾਰਸ ਦੀ ਇੱਕ ਛੋਟੀ ਜਿਹੀ ਵੱਟੀ, ਇਹ ਗੱਲਾਂ ਸਿਰਫ ਵਿਆਖਿਆ ਵਿੱਚ ਆਈਆਂ ਨੇ, ਮਿਲਦੀਆਂ ਬੜੀਆਂ ਘੱਟ ਨੇ। ਕਦੀ ਕਿਸੇ ਨੇ ਵੇਖਿਆ? ਪਾਰਸ ਬਹੁਤ ਘੱਟ ਹੈ। ਅੱਗੇ ਮਾਨਸਰ ਦੀ ਗੱਲ ਕਰਨਗੇ, ਉਹ ਵੀ ਇੱਕ ਕਹਾਵਤ ਹੀ ਹੈ, ਵੇਖਿਆ ਬਹੁਤ ਘੱਟ ਹੈ। ਕਿਤੇ ਆਵੇਗਾ ਪਾਰ ਜਾਤ ਦਾ ਇੱਕ ਰੁੱਖ ਹੈ, ਜਿਹਦੇ ਥੱਲੇ ਬਹਿ ਕੇ ਜੋ ਮੰਗੋ ਉਹ ਹੀ ਮਿਲ ਜਾਂਦਾ ਹੈ। ਕਾਮ ਧੇਨ ਗਊ ਦੀ ਗੱਲ ਆਉਂਦੀ ਹੈ, ਜਾਂ ਸਵੰਤੀ ਬੂੰਦ ਦੀ ਗੱਲ ਆਉਂਦੀ ਵੀ ਆਕਾਸ਼ ਵਿੱਚੋਂ ਮੀਂਹ ਦੇ ਵਿੱਚ ਇੱਕ ਖਾਸ ਤਰ੍ਹਾਂ ਦੀ ਬੂੰਦ ਪੈਂਦੀ ਹੈ, ਤੇ ਉਹ ਜੇ ਇੱਕ ਖਾਸ ਥਾਂ 'ਤੇ ਕੇਲੇ ਦੇ ਉੱਤੇ ਪੈ ਜਾਏ ਤੇ ਕਪੂਰ ਬਣ ਜਾਂਦਾ ਹੈ। ਕਈ ਵਾਰੀ ਕਈ ਸੱਜਣੇ ਸਵਾਲ ਕਰਦੇ ਨੇ ਵੀ ਇਹ ਚੀਜ਼ਾਂ ਦੀ ਜਿਹੜੀ ਵਿਆਖਿਆ ਕਰਦੇ ਹੋ, ਇਹ ਮਿਲਦੀਆਂ ਬੜੀਆਂ ਘੱਟ ਨੇ, ਕਿਤੇ ਦਿਸੀਆਂ ਨਹੀਂ, ਕਦੀ ਦਿਸਣਗੀਆਂ ਨਹੀਂ। ਜਿਹੜੀ ਚੀਜ਼ ਇੱਥੇ ਕੀਮਤੀ ਹੈ, ਦੁਰਲੱਭ ਹੋਵੇਗੀ, ਉਹਦੀ ਇਹ ਨਿਸ਼ਾਨੀ ਹੋਵੇਗੀ, ਦੁਰਲੱਭ ਹੋਵੇਗੀ, ਲੱਭੇਗੀ ਨਹੀਂ ਇੰਨੀ ਜਲਦੀ। ਇਹਨਾਂ ਦੇ ਮੈਂ ਤੇ ਸਮਝਣਾ ਉਦਾਹਰਨਾਂ ਹੀ ਤਾਂ ਦਿੱਤੀਆਂ ਗਈਆਂ ਨੇ ਵੀ ਜਿਵੇਂ ਕਾਮ ਧੇਣ ਦੀ ਲੱਭਦੀ ਨਹੀਂ, ਇਸ ਤਰ੍ਹਾਂ ਰੱਬ ਦੇ ਪਿਆਰ ਨੂੰ ਵੀ ਲੱਭਣਾ ਬੜਾ ਕਠਿਨ, ਉਹ ਵੀ ਐਵੇਂ ਵਾਧੂ ਨਹੀਂ ਫਿਰਦਾ, ਬਹੁਤ ਘੱਟ ਹੈ। ਜੇ ਕਿਤੇ ਮਿਲ ਗਿਆ ਤੇ ਸ਼ੁਕਰਾਨੇ ਤੋਂ ਬਿਨਾਂ ਹੋਰ ਅੰਦਰੋਂ ਕੁਝ ਨਾ ਕਹੀ। ਦਾਅਵਾ ਕੀਤਾ ਬਹੁਤੇ ਥਾਵਾਂ 'ਤੇ ਜਦੋਂ ਬਾਣੀ ਪੜ੍ਹਦੇ ਹਾਂ ਤੇ ਵਾਰ-ਵਾਰ ਇੱਕ ਵਿਸ਼ਾ ਘੁੰਮ ਕੇ ਆਵੇਗਾ ਵੀ ਆਪਣੇ ਆਪ ਨੂੰ ਜਨਾ ਨਾ, ਆਪਣੀ ਹਉਮੈ ਨੂੰ ਖਤਮ ਕਰ, ਅੰਦਰੋਂ ਛੱਡ ਦੇ ਮੈਂ ਨੂੰ। ਕਿਉਂ? ਕਈ ਵਾਰੀ ਸੋਚੀਦਾ ਵੀ ਇੱਕ ਗੱਲ ਤੇ ਇੰਨਾ ਜ਼ੋਰ ਕਿਉਂ ਦਿੱਤਾ ਗਿਆ। ਇੰਜ ਲੱਗਦਾ ਹੈ ਧਰਮੀ ਬੰਦਾ ਜਦੋਂ ਵੀ ਧਰਮ ਕਮਾਉਂਦਾ ਹੈ, ਇਹ ਨਹੀਂ ਕਹਿ ਸਕਦੇ ਵੀ ਧਰਮ ਦਾ ਰਸ ਨਹੀਂ ਆਉਂਦਾ, ਰਸ ਤੇ ਆਉਂਦਾ, ਪਰ ਰਸ ਆਉਂਦਿਆਂ ਸਾਰ ਉਹਦਾ ਮਾਣ ਵੀ ਨਾਲ ਹੀ ਆ ਜਾਂਦਾ, ਉਹਦਾ ਦਾਅਵਾ ਵੀ ਨਾਲ ਹੀ ਸ਼ੁਰੂ ਹੋ ਜਾਂਦਾ, ਕਿਉਂਕਿ ਸਾਡੀ ਅੰਦਰ ਪਕੜ। ਇਸ ਕਰਕੇ ਸਤਿਗੁਰੂ ਬੜੇ ਘੱਟ ਲੋਕਾਂ ਨੂੰ ਇਹ ਦਾਤ ਦਿੰਦੇ ਨੇ ਜਿਹੜੀ ਅੰਦਰਲੀ ਹੈ। ਉਹਦਾ ਇੱਕੋ ਹੀ ਕਾਰਨ ਹੈ, ਬੰਦਾ ਅਜੇ ਪਾਤਰ ਬਣੇ ਨਹੀਂ, ਉਹਨੂੰ ਪਹੁੰਚਾਏਗਾ ਹੀ ਨਹੀਂ, ਉਹ ਜਰੇ ਹੀ ਨਹੀਂ ਜਾਂਦਾ, ਇੰਨਾ ਵੱਡਾ ਅਹੁਦਾ ਹੈ। ਹੰਕਾਰ ਉਸੇ ਵੇਲੇ ਅੰਦਰ ਪ੍ਰਗਟ ਹੋ ਜਾਏਗਾ। ਇਸ ਕਰਕੇ ਜਦੋਂ ਗੁਰੂ ਨਾਨਕ ਦੇਵ ਜੀ ਰੱਬ ਦੇ ਦੁਆਰੇ ਦੇ ਉੱਤੇ ਖੜੇ ਹੋ ਕੇ ਜਦੋਂ ਉਹਨਾਂ ਨੇ ਕੰਮ ਸ਼ੁਰੂ ਕਰਨਾ ਸੀ ਸੁਲਤਾਨਪੁਰ ਵਿੱਚ, ਤਾਂ ਜਦੋਂ ਉਹਨਾਂ ਨੇ ਕੰਮ ਸ਼ੁਰੂ ਕਰਨਾ ਸੀ, ਸਭ ਤੋਂ ਪਹਿਲਾਂ ਮੰਗਿਆ, ਗਏ, ਦਰਸ਼ਨ ਕੀਤੇ। ਅਕਾਲ ਪੁਰਖ ਨੇ ਕਿਹਾ, ਇੱਕ ਭਾਂਡਾ ਕਹਿੰਦੇ ਦਿੱਤਾ ਭਰ ਕੇ। ਸਤਿਗੁਰੂ ਨੇ ਪੁੱਛਿਆ ਇਹਦੇ ਵਿੱਚ ਕੀ ਹੈ? ਕਹਿਣ ਲੱਗੇ ਇਹ ਨਾਮ ਅੰਮ੍ਰਿਤ ਦਾ ਪਿਆਲਾ ਹੈ, ਇਹਨੂੰ ਤੁਸੀਂ ਪੀਓ ਤੇ ਲੋਕਾਂ ਨੂੰ ਪਿਆਓ। ਸਤਿਗੁਰੂ ਨੇ ਜਦੋਂ ਉਸ ਨਾਮ ਅੰਮ੍ਰਿਤ ਨੂੰ ਵੇਖਿਆ, ਜਿਹੜੇ ਪਹਿਲਾਂ ਹੀ ਜਾਣੂ ਸਨ, ਉਹਨਾਂ ਨੇ ਇੱਕ ਗੱਲ ਬਹੁਤ ਪਿਆਰੀ ਕਹੀ। ਅਕਾਲ ਪੁਰਖ ਨੂੰ ਬੇਨਤੀ ਕੀਤੀ, ਕਹਿੰਦੇ ਵਸਤੂ ਬੜੀ ਕੀਮਤੀ ਦਿੱਤੀ ਜੇ, ਪਰ ਮੇਰੀ ਇੱਕ ਬੇਨਤੀ ਹੈ, ਇਸ ਨਾਮ ਅੰਮ੍ਰਿਤ ਨੂੰ ਕਿੱਥੇ ਰੱਖਾਂਗੇ, ਕਿਹੜੀ ਥਾਂ 'ਤੇ ਟਿਕਾਵਾਂਗੇ? ਕਹਿੰਦੇ ਕਿਉਂ, ਕੀ ਗੱਲ? ਕਹਿੰਦੇ ਇਹਦੇ ਵਾਸਤੇ ਭਾਂਡਾ ਦਿਓ, ਇਹ ਬੜੀ ਭਾਰੀ ਚੀਜ਼ ਹੈ, ਇਹ ਟਿਕੇਗੀ ਨਹੀਂ ਕਿਤੇ, ਭਾਂਡਾ ਦਿਓ। ਕਹਿੰਦੇ ਭਾਂਡਾ ਮਨ ਹੈ? ਕਹਿੰਦੇ ਮਨ ਤੇ ਹੈ, ਪਰ ਮਨ ਦੇ ਵਿੱਚ ਇੱਕ ਹੋਰ ਭਾਂਡਾ ਚਾਹੀਦਾ ਹੈ। ਕਿਹੜਾ? ਕਹਿੰਦੇ ਨਿਮਰਤਾ ਦਾ ਭਾਂਡਾ ਦਿਓ, ਇਹਨੇ ਤਾਂ ਟਿਕਣਾ, ਨਹੀਂ ਤੇ ਮਨ ਵਿੱਚ ਟਿਕੇਗਾ ਨਹੀਂ। ਨਿਮਰਤਾ, ਸੰਤੋਖ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹਰਿਮੰਦਰ ਸਾਹਿਬ ਦੀ ਖੁਦਾਈ ਕੀਤੀ ਗਈ ਸਰੋਵਰ ਦੀ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸੇਵਾ ਕਰਾਈ, ਤੇ ਜਦੋਂ ਸਰੋਵਰ ਤਿਆਰ ਹੋ ਗਿਆ, ਸਤਿਗੁਰਾਂ ਨੇ ਗੁਰਸਿੱਖਾਂ ਨੂੰ ਕਿਹਾ ਇਹਦੇ ਵਿੱਚ ਪਾਣੀ ਛੱਡ ਦਿਓ।
शाम नूं दुपहर नूं पानी छड्डिया, पानी नाल सरोवर भरिया गया, अमृत सरोवर जल नाल भरिया गया। जदों सरोवर भरिया गया, शाम नूं ਰਹਿ ਰਾਸ ਹੋਈ, ਸਮਾਪਤੀ ਹੋਈ, ਤੇ ਸਿੱਖਾਂ ਨੇ ਕਿਹਾ ਮਹਾਰਾਜ ਸਵੇਰੇ ਇਹਦੇ ਵਿੱਚ ਇਸ਼ਨਾਨ ਕਰੀਏ। ਕਹਿੰਦੇ ਇਸ਼ਨਾਨ ਕਰੋ। ਬਿਲਕੁਲ ਸਵੇਰੇ ਗੁਰਸਿੱਖ ਆਏ, ਇਸ਼ਨਾਨ ਕਰਨ ਆ ਕੇ ਕੀ ਵਹਿੰਦੇ ਨੇ, ਪਾਣੀ ਦੀ ਇੱਕ ਬੂੰਦ ਵੀ ਨਹੀਂ ਉੱਥੇ, ਸਾਰਾ ਜ਼ਮੀਨ ਪੀ ਗਈ, ਖਤਮ ਹੋ ਗਈ। ਪਾਣੀ ਪਾਇਆ ਸੀ ਸਾਰਾ ਪਤਾ ਨਹੀਂ ਕਿੱਥੇ ਚਲਾ ਗਿਆ। ਵਾਪਸ ਮੁੜੇ, ਸਤਿਗੁਰਾਂ ਨੂੰ ਬੇਨਤੀ ਕੀਤੀ, ਦਿਨ ਚੜ੍ਹਿਆ ਮਹਾਰਾਜ ਪਾਣੀ ਕਿੱਧਰ ਚਲਾ ਗਿਆ ਸੀ, ਤੇ ਇਸ਼ਨਾਨ ਕਰਨ ਵਾਸਤੇ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਵੀ ਪਾਣੀ ਕਿਤੇ ਨਹੀਂ ਗਿਆ, ਇਹਦੇ ਥੱਲੇ ਵਾਲੀ ਜਿਹੜੀ ਜ਼ਮੀਨ ਹੈ ਨਾ, ਉਹ ਇਹਦੇ ਯੋਗ ਨਹੀਂ ਕਿ ਪਾਣੀ ਜਲ ਇਹਦੇ ਵਿੱਚ ਖੜਾ ਹੋ ਜਾਏ। ਕੀ ਕਰਨਾ ਪਏਗਾ? ਕਹਿੰਦੇ ਫਲਾਣੇ ਥਾਂ ਤੇ ਇੱਕ ਧਰਤੀ ਦਾ ਥਾਂ ਹੈ, ਜਿਹੜਾ ਅੱਜ ਸੰਤੋਖ ਸਰ ਸਰੋਵਰ ਉਹਨੂੰ ਕਹਿੰਦੇ, ਸੰਤੋਖ ਸਰ ਵਾਲੀ ਥਾਂ ਦੀ ਮਿੱਟੀ ਪੱਟ ਕੇ ਲਿਆਓ, ਇਹਦੇ ਥੱਲੇ ਅੱਧਾ ਅੱਧਾ ਫੁੱਟ ਵਿਛਾ ਦਿਓ। ਉਸੇ ਤਰ੍ਹਾਂ ਕੀਤਾ ਗਿਆ। ਉਹ ਮਿੱਟੀ ਚੀਕਣੀ ਸੀ, ਜਦੋਂ ਥੱਲੇ ਵਿਛਾਈ, ਕਹਿੰਦੇ ਹੁਣ ਪਾਣੀ ਛੱਡੋ। ਜਦੋਂ ਸ਼ਾਮ ਨੂੰ ਪਾਣੀ ਛੱਡਿਆ ਤੇ ਸਵੇਰੇ ਗੁਰਸਿੱਖ ਫਿਰ ਆਏ ਇਸ਼ਨਾਨ ਕਰਨ ਵਾਸਤੇ, ਕਹਿਣ ਲੱਗੇ ਮਹਾਰਾਜ ਪਾਣੀ ਖੜਾ ਹੋ ਗਿਆ, ਖਲੋ ਗਿਆ, ਅੱਜ ਨਹੀਂ ਜ਼ਮੀਨ ਨੇ ਪਾਣੀ ਪੀਤਾ। ਇਹ ਕੌਤਕ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਦਾ। ਕਹਿਣ ਲੱਗੇ ਗੁਰਸਿੱਖੋ ਧਿਆਨ ਦਿਓ, ਜਿਵੇਂ ਇਹਦੀ ਜ਼ਮੀਨ ਦੇ ਵਿੱਚ ਰੇਤਲਾਪਣ ਸੀ, ਪਾਣੀ ਪਾਇਆ ਪਰ ਖਲੋਤਾ ਨਹੀਂ। ਜਿਨ੍ਹਾਂ ਦੇ ਮਨ ਦੇ ਵਿੱਚ ਸੁੱਕਾਪਣ ਹੈ, ਰੇਤਲਾਪਣ ਹੈ, ਜਦੋਂ ਉਹਦੇ ਵਿੱਚ ਬਾਣੀ ਜਾਂਦੀ ਹੈ ਤੇ ਨਾਮ ਜਾਂਦਾ ਹੈ, ਥੋੜ੍ਹਾ ਚਿਰ ਦਿਸਦਾ, ਪਰਤ ਕੇ ਪਤਾ ਨਹੀਂ ਕਿੱਧਰ ਚਲਾ ਜਾਂਦਾ। ਥਾਂ ਨਹੀਂ ਨਾ ਬਣੀ ਉਸ ਤਰ੍ਹਾਂ ਦੀ, ਰਹਿਣ ਵਾਲੀ ਚੀਜ਼ ਨਹੀਂ। ਫਿਰ ਕਹਿੰਦੇ ਤੁਸੀਂ ਸੰਤੋਖ ਸਰ ਦੀ ਜਿਵੇਂ ਮਿੱਟੀ ਪਾਈ ਨਾ, ਇਸੇ ਤਰ੍ਹਾਂ ਤੁਸੀਂ ਨਿਮਰਤਾ, ਪ੍ਰੇਮ, ਧੀਰਜ, ਟਿਕਾ, ਜਿਹਨੂੰ ਬਾਬਾ ਫਰੀਦ ਸਾਹਿਬ ਨੇ ਕਿਹਾ ਨਿਵਣ ਸੋ ਅੱਖਰ ਖਵਣ ਗੁਣ, ਜੇ ਬਾ ਮਣੀਆਂ ਮੰਤ। ਇਹ ਬੜਾ ਵਾਪਰਿਆ। ਜਿਹੜੇ ਜਿਹੜੇ ਬੰਦੇ ਧਰਮ ਦੇ ਮਾਰਗ 'ਤੇ ਜਿਉਂ-ਜਿਉਂ ਉਹਨਾਂ ਨੂੰ ਸਮਝ ਆਉਂਦੀ ਗਈ, ਇੰਨੇ ਧੀਰਜ ਵਾਲੇ ਬਣ ਗਏ ਵੀ ਸਤਿਗੁਰੂ ਨੇ ਕਿਹਾ ਜਿਉਂ ਬਸਦਾ ਕੋਊ ਖੋਦਾ ਕੋ ਚੰਦਨ ਲੇਪ, ਜ਼ਮੀਨ ਬਣ ਗਏ। ਕਈ ਵਾਰੀ ਤੇ ਨਾਲ ਦੇ ਕਹਿਣ ਲੱਗ ਪੈਂਦੇ ਨੇ ਇਹ ਡਰਦਾ ਹੀ ਬੜਾ ਹੈ, ਇਹ ਕਾਇਰ ਹੀ ਬੜਾ ਹੈ, ਪਰ ਉਹ ਵੀ ਇੱਕ ਸਟੱਡੀ ਹੈ। ਕਹਿੰਦੇ ਨੇ ਪੁਰਾਣੇ ਲੋਕਾਂ ਦਾ ਤਜਰਬਾ ਹੈ, ਬੰਦੇ ਨੂੰ ਪੂਰਾ ਇੱਕ ਜਨਮ ਧੀਰਜ ਪਕਾਉਣ ਦੀ ਸਟੱਡੀ ਵਿੱਚੋਂ ਲੰਘਣਾ ਪੈਂਦਾ ਹੈ। ਇਹ ਕੋਈ ਛੋਟੀ ਗੱਲ ਨਹੀਂ, ਬ੍ਰਹਮ ਗਿਆਨ ਇਹ ਗੱਲਾਂ ਦਾ ਵਿਸ਼ਾ ਨਹੀਂ ਹੈ। ਇੱਕ ਜਨਮ ਲਾਣਾ ਪੈਂਦਾ ਹੈ, ਧੀਰਜ ਦੇ ਵਿੱਚੋਂ ਲੰਘਣਾ ਪੈਂਦਾ ਹੈ, ਸ਼ਬਦ ਸਹਿਣੇ ਪੈਂਦੇ ਨੇ, ਚੋਟਾਂ ਸਹਿਣੀਆਂ ਪੈਂਦੀਆਂ ਨੇ, ਤਾਂ ਪੋਜੀਸ਼ਨ ਪੱਕਦੀ ਹੈ, ਤਾਂ ਨਹੀਂ ਪੱਕੀ ਹੁੰਦੀ ਹੈ, ਫਿਰ ਉਹਦੇ ਉੱਤੇ ਚੱਲਦੀ ਗੱਲ। ਸੌਖਾ ਨਹੀਂ ਕਾਰਜ। ਇਸ ਕਰਕੇ ਇਹ ਜਿਹੜਾ ਧੀਰਜ ਦਾ ਵਿਸ਼ਾ ਹੈ, ਇਹਦੇ ਵਿੱਚ ਸਾਰਾ ਉਹ ਕਹਿ ਰਹੇ, ਕਹਿੰਦੇ ਇੰਨਾ ਕੁ ਧੀਰਜ ਵਾਲਾ ਬਣ ਜਾ ਬਈ ਤੇਰੇ ਅੱਗੇ ਇੰਨੀ ਤਾਕਤ ਆ ਜਾਏ ਵੀ ਜੇ ਤੂੰ ਚਾਹੇ ਤੇ ਇੱਕ ਫੂਕ ਮਾਰ ਕੇ ਜ਼ਮੀਨ ਨੂੰ ਉਡਾ ਦੇ। ਸਤਿਗੁਰੂ ਨੇ ਤੇ ਕਈ ਸਿੱਧਾਂ ਨੂੰ, ਯੋਗੀਆਂ ਨੂੰ ਕਿਹਾ ਵੀ, ਕਹਿਣ ਲੱਗੇ ਅਜੇ ਤਾਂ ਤਨਿਕ ਥੋੜ੍ਹੀ ਜਿਹੀ ਸਿੱਧੀ ਤੁਹਾਡੇ ਕੋਲ ਆਈ ਏ ਤੇ ਦੁਨੀਆ ਦੇ ਵਿੱਚ ਅਡੰਬਰ ਕਰਕੇ ਬਹਿ ਗਏ ਹੋ। ਬ੍ਰਹਮ ਗਿਆਨੀ ਤੇ ਉਦਣ ਬਣਦਾ ਜਿੱਦਣ ਸਾਰਾ ਬ੍ਰਹਿਮੰਡ ਉਹਦੇ ਹੱਥ ਵਿੱਚ ਆਵੇ ਤੇ ਇਸ ਤਰ੍ਹਾਂ ਤੁਰਿਆ ਜਾਏ ਜਿਵੇਂ ਆਮ ਬੰਦਾ ਹੁੰਦਾ, ਉਦਣ ਬਣਦਾ। ਤੁਸੀਂ ਕਿਹੜੇ ਪਿੱਛੇ ਲੱਗ? ਥੋੜ੍ਹੀ ਜਿਹੀ ਗੱਲ, ਥੋੜ੍ਹੀ ਜਿਹੀ ਤਾਕਤ ਪਾਈ। ਇਹਨੂੰ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਜਿਨ ਜਿਨ ਤਨਿਕ ਸਿੱਧ ਕੋ ਪਾਇਓ। ਤਨਿਕ ਥੋੜ੍ਹੀ ਜਿਹੀ ਤਾਕਤ ਆਈ, ਐਲਾਨ ਕਰ ਦਿੱਤਾ, ਇਸ਼ਤਿਹਾਰ ਲਾ ਦਿੱਤੇ, ਕਹਿ ਦਿੱਤਾ ਮਾਰੋ ਮਾਰ। ਕਹਿੰਦੇ ਤਿੰਨ ਤਿੰਨ ਆਪਣਾ ਰਾਹ ਚਲਾਇਓ। ਰੱਬ ਨੂੰ ਪਿੱਛੇ ਕਰ ਦਿੱਤਾ ਤੇ ਆਪਣੇ ਆਪ ਨੂੰ। ਬਸ ਇਹ ਧਰਮੀ ਆਗੂਆਂ ਦੇ ਵਿੱਚ ਨੁਕਸ ਸਭ ਤੋਂ ਵੱਡਾ ਇਹ ਪਿਆ, ਉਹਨਾਂ ਨੇ ਧਰਮ ਦੇ ਮਾਰਗ 'ਤੇ ਰੱਬ ਨੂੰ ਪਾਸੇ ਕਰ ਦਿੱਤਾ ਹੈ, ਆਪਣੇ ਆਪ ਨੂੰ ਅੱਗੇ ਕਰਦੇ। ਇਹ ਗਲਤੀ ਕੀਤੀ। ਪ੍ਰਗਟ ਹੋਣ ਦੀ ਇੱਛਾ, ਮੈਂ ਕੁਝ ਬਣਾ, ਪਤਾ ਲੱਗ ਜਾਏ ਵੀ ਇਸ ਜ਼ਮੀਨ 'ਤੇ ਕੋਈ ਆਇਆ ਹੈ, ਕੋਈ ਗੱਲ ਨਵੀਂ ਹੋ ਜਾਏ। ਇਸ ਚੱਕਰ ਵਿੱਚ ਆਦਮੀ ਫਸਿਆ ਰਹਿੰਦਾ। ਕਹਿੰਦੇ ਨਹੀਂ, ਤੂੰ ਆਪਣੇ ਆਪ ਨੂੰ ਜਿੰਨਾ ਛੋਟਾ ਕਰੇਗਾ ਓਨੀ ਕਾਮਯਾਬੀ ਵੱਧਦੀ ਜਾਏਗੀ। ਕਹਿੰਦੇ ਪਾਰਸ ਅੰਦਰ ਪਰਬਤਾਂ ਹੋਏ ਗੁਪਤ ਬੁਲਾਏ। ਪਰਬਤਾਂ ਦੇ ਵਿੱਚ ਪਾਰਸ ਕਿਤੇ ਪਿਆ ਰਹਿੰਦਾ, ਪਰ ਕਦੀ ਆਪਣੇ ਆਪ ਨੂੰ ਜਣਾਉਂਦਾ ਨਹੀਂ, ਪ੍ਰਗਟ ਨਹੀਂ ਕਰਦਾ।
ਕਹਿੰਦੇ ਸਤ ਸਮੁੰਦੀ ਮਾਨਸਰ ਨਹਿ ਅਲਖ ਲਖਾਏ। ਸਮੁੰਦਰ ਦੇ 7 ਸਮੁੰਦਰਾਂ ਦੇ ਵਿੱਚ ਮਾਨਸਰ, ਪਰ ਉਹ ਆਪਣੇ ਆਪ ਨੂੰ ਜਣਾਉਂਦਾ ਨਹੀਂ। ਕਹਿੰਦੇ ਜਿਉਂ ਪਰਛਿਨਾ ਪਾਰ ਜਾਤ ਨਹਿ ਪ੍ਰਗਟਿਆਏ। ਪਾਰ ਜਾਤ ਦਾ ਰੁੱਖ ਮੰਨਿਆ ਗਿਆ ਵੀ ਉਹਦੇ ਥੱਲੇ ਬਹਿ ਕੇ ਜੋ ਮੰਗੀਏ ਮਿਲ ਜਾਂਦਾ। ਮੈਂ ਇਸ ਵਿਸ਼ੇ ਵਿੱਚ ਨਹੀਂ ਪੈਣਾ ਵੀ ਇਹ ਕਿਹੜੀ ਚੀਜ਼ ਦਾ ਪ੍ਰਤੀਕ ਹੈ, ਕਿਉਂਕਿ ਸਾਰਾ ਸਮਾਂ ਇੱਧਰ ਗੁਜ਼ਰ। ਪਾਰ ਜਾਤ ਕੀ ਹੈ? ਇਹ ਸਾਰੀਆਂ ਚੀਜ਼ਾਂ ਮਨੁੱਖ ਦੇ ਆਪਣੇ ਹੱਥ ਵਿੱਚ ਨੇ, ਕੋਲ ਨੇ। ਪਾਰ ਜਾਤ ਵੀ ਇਹਦੇ ਕੋਲ ਹੈ, ਕਾਮ ਧਨ ਵੀ ਇਹਦੇ ਕੋਲ ਹੈ। ਕਾਮ ਤੇਣ ਗਊ ਕਹੀ ਗਈ, ਅੱਜ ਤੱਕ ਤੁਸੀਂ ਵੇਖੀ ਨਹੀਂ ਹੋਣੀ ਕਿਤੇ। ਇਹ ਸਾਰੀਆਂ ਰਿੱਧੀਆਂ ਸਿੱਧੀਆਂ ਨੇ, ਅੰਦਰ ਦੀਆਂ ਚੀਜ਼ਾਂ ਨੇ ਜਿਹੜੀਆਂ ਮਨੁੱਖ ਦੇ ਕੋਲ ਹੀ ਹੁੰਦੀਆਂ ਨੇ। ਕਹਿੰਦੇ ਨੇ ਸਤਿਗੁਰ ਦਾ ਉਪਦੇਸ਼ ਲੈ ਕਿਉਂ ਆਪ ਗਣਾਏ। ਕਹਿੰਦੇ ਜੇ ਇਹ ਸਾਰੀਆਂ ਚੀਜ਼ਾਂ ਇੰਨੀਆਂ ਕੀਮਤੀ ਹੋਣ ਦੇ ਬਾਵਜੂਦ ਆਪਣਾ ਆਪ ਨਹੀਂ ਜਣਾਉਂਦੀਆਂ, ਤੇ ਗੁਰਸਿੱਖ ਗੁਰੂ ਦਾ ਉਪਦੇਸ਼ ਲੈ ਕੇ ਫਿਰ ਆਪਣੇ ਆਪ ਨੂੰ ਕਿਉਂ ਜਣਾਏ, ਭਾਵ ਹੰਕਾਰੀ ਕਿਉਂ ਹੋਵੇ। ਸਾਰੀ ਪੌੜੀ ਦਾ ਮਤਲਬ ਹੈ ਕਿ ਤੂੰ ਆਪਣੇ ਆਪ ਨੂੰ ਗਵਾਉਣ ਦੀ ਜਾਚ ਸਿੱਖ। ਮੈਂ ਗੱਲ ਕਰ ਰਿਹਾ ਸੀ, ਸਤਿਗੁਰੂ ਨੇ ਕਿਹਾ, ਅਕਾਲ ਪੁਰਖ ਨੇ ਕਿਹਾ, ਇਹ ਨਾਮ ਦਾ ਖਜ਼ਾਨਾ ਹੈ ਨਾਨਕ, ਨਾਮ ਅੰਮ੍ਰਿਤ ਹੈ ਆਪ ਪੀਓ, ਲੋਕਾਂ ਨੂੰ ਪਿਆਓ। ਸਤਿਗੁਰੂ ਨੇ ਕਿਹਾ ਪਿਆ ਤੇ ਦਿਆਂਗੇ, ਤੇ ਜਿਹਨੂੰ ਇਹ ਦੇਣਾ ਹੈ ਨਾਲ ਭਾਂਡਾ ਵੀ ਤੇ ਦੇਣਾ ਪਏਗਾ ਨਾ, ਪਾਉਣਾ ਕਾਹਦੇ ਵਿੱਚ। ਫਿਰ ਕਹਿੰਦੇ ਅਕਾਲ ਪੁਰਖ ਨੇ ਪੁੱਛਿਆ ਜੀ ਭਾਂਡਾ ਕਿਹੜਾ ਚਾਹੀਦਾ ਹੈ, ਤੇ ਸਤਿਗੁਰੂ ਨੇ ਕਿਹਾ ਗਰੀਬੀ ਦਾ ਭਾਂਡਾ ਚਾਹੀਦਾ ਹੈ। ਭਾਈ ਗੁਰਦਾਸ ਜੀ ਨੇ ਲਿਖਿਆ, ਬਾਬਾ ਪਹਿੰਦਾ ਸੱਚਖੰਡ ਨੌ ਨਿਧ ਨਾਮ ਗਰੀਬੀ ਪਾਈ। ਗਰੀਬੀ ਦਾ ਭਾਂਡਾ ਮੰਗ ਕੇ ਲਿਆ ਸੀ ਗੁਰੂ ਸਾਹਿਬ ਨੇ, ਤੇ ਸਿੱਖਾਂ ਨੂੰ ਦਿੱਤਾ, ਸੇਵਾ ਤਾਂ ਦਿੱਤੀ ਸੀ। ਇਹ ਲੰਮਾ ਸਮਾਂ ਦਾਤ ਤਾਂ ਸਤਿਗੁਰੂ, ਗੁਰੂ ਵਿੱਚ ਤੇ ਇੰਨੀ ਤਾਕਤ ਹੈ ਕਿ ਇਹ ਗੱਲ ਬਿਲਕੁਲ 100% ਅਜਮਾਈ ਹੋਈ ਹੈ ਗੁਰਮੁਖਾਂ ਦੀ, ਕਿ ਇੱਕ ਛਿਨ ਨਹੀਂ ਲੱਗਦਾ ਗੁਰੂ ਨੂੰ, ਇੱਕ ਪਲ ਨਹੀਂ ਲੱਗਦਾ। ਇੱਥੇ ਨਹੀਂ ਕਿਹਾ ਜਾ ਸਕਦਾ ਕਿੰਨਾ ਟਾਈਮ ਹੈ ਸਿੱਖੀ ਵਿੱਚ ਕਾਮਯਾਬ ਹੋਣ ਵਿੱਚ। ਸਵੇਰੇ ਤੁਸੀਂ ਸੁਣਦੇ ਹੋ ਆਸਾ ਦੀ ਵਾਰ ਵਿੱਚ ਕਿ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਰ। ਦੇਰ ਤਾਂ ਨਹੀਂ ਲੱਗਦੀ, ਦੇਰ ਇਸ ਚੀਜ਼ ਨੂੰ ਲੱਗਦੀ ਏ ਬੰਦਾ ਤਿਆਰ ਨਹੀਂ ਹੁੰਦਾ। ਤਿਆਰ ਕਰਨ ਲੱਗਿਆਂ ਦੇਰ ਲੱਗਦੀ, ਦੇਣ ਲੱਗਿਆਂ ਕੋਈ ਦੇਰ ਨਹੀਂ, ਉਹ ਤੇ ਪਹਿਲੇ ਹੀ ਤਿਆਰ ਪਿਆ। ਆਦਮੀ ਤਿਆਰ ਨਹੀਂ ਹੁੰਦਾ, ਜਿੰਨਾ ਚਿਰ ਤਿਆਰ ਨਹੀਂ ਹੁੰਦਾ ਉਹਨਾਂ ਚਿਰ ਗੁਰੂ ਦੇਣ ਲਈ ਤਿਆਰ ਨਹੀਂ, ਕਿਉਂਕਿ ਉਹਨੂੰ ਪਤਾ ਹੈ ਜਿੰਨੀ ਵਾਰੀ ਦਿਆਂਗਾ ਓਨੀ ਵਾਰੀ ਇਹਨੇ ਗਵਾ ਕੇ ਆ ਜਾਣਾ। ਨਾਲੇ ਜਦੋਂ ਇੱਕ ਵਾਰੀ ਦੇ ਕੇ ਗਵਾਚ ਜਾਏ ਨਾ, ਉਸ ਬੰਦੇ ਦੀ ਸਥਿਤੀ ਹੋਰ ਵੀ ਖਰਾਬ ਹੋ ਜਾਂਦੀ ਹੈ, ਕਿਉਂਕਿ ਥੋੜ੍ਹਾ ਜਿਹਾ ਕੁਝ ਵੇਖ ਲਿਆ, ਪਰਤ ਕੇ ਨਾ ਇੱਧਰ ਜੋਗਾ ਤੇ ਨਾ ਉੱਧਰ ਜੋਗਾ। ਇਸ ਲਈ ਇਸ ਮਾਰਗ ਤੇ ਸੰਗਤ ਦੀ ਬੜੀ ਲੋੜ। ਤਾਂ ਭਾਈ ਗੁਰਦਾਸ ਜੀ ਇਹ ਸਾਰੀਆਂ ਉਦਾਹਰਨਾਂ ਤੇ ਤਾਂ ਦੇ ਰਹੇ ਨੇ, ਅੱਗੇ ਫਿਰ ਹੋਰ ਉਦਾਹਰਨਾਂ ਦਿੰਦੇ ਨੇ ਨਿਮਰਤਾ ਦੀ। ਕਹਿੰਦੇ ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪਾਉਂਦੇ। ਬੜੀ ਸੋਹਣੀ ਉਦਾਹਰਨ ਦਿੱਤੀ ਹੈ। ਕਹਿੰਦੇ ਬੰਦੇ ਦਾ ਸਰੀਰ ਜਦੋਂ ਆਦਮੀ ਸਾਹਮਣੇ ਖੜਾ ਹੈ, ਉਹਦੇ ਵਿੱਚ ਸਭ ਤੋਂ ਉੱਚਾ ਉਹਦਾ ਸਿਰ ਹੈ, ਹੱਥ ਉਦੋਂ ਨੀਵੇਂ ਨੇ, ਪਰ ਪੈਰ ਸਭ ਤੋਂ ਨੀਵੇਂ ਨੇ। ਪਰ ਕਹਿੰਦੇ ਹੈਰਾਨੀ ਦੀ ਗੱਲ ਵੇਖੋ ਵੀ ਮਾਣ ਸਿਰ ਨੂੰ ਨਹੀਂ ਮਿਲਿਆ, ਪੈਰਾਂ ਨੂੰ ਮਿਲਿਆ, ਸਨਮਾਨ ਪੈਰਾਂ ਨੂੰ ਮਿਲਿਆ। ਕੋਈ ਬੰਦਾ ਨਹੀਂ ਕਹੇਗਾ ਵੀ ਮੈਂ ਤੇਰੇ ਸਿਰ ਨੂੰ ਮੱਥਾ ਟੇਕਣਾ, ਨਹੀਂ, ਆਦਮੀ ਕਹੇਗਾ ਵੀ ਮੈਂ ਤੇਰੇ ਪੈਰੀ ਪੈਣਾ, ਚਰਨੀ ਲੱਗਣਾ। ਗੁਰਬਾਣੀ ਵਿੱਚ ਕਈ ਥਾਵਾਂ 'ਤੇ ਸ਼ਬਦ ਆਉਣਗੇ, ਚਰਨੀ ਲੱਗਣਾ, ਪੈਰਾਂ ਨਾਲ ਜੁੜ ਜਾਣਾ, ਪੈਰਾਂ 'ਤੇ ਮੱਥਾ ਰੱਖਣਾ। ਕਿਉਂ? ਪੈਰ ਨੀਵੇਂ ਨੇ। ਕਹਿੰਦੇ ਵੀ ਤਾਂ ਝੁਕੇ ਲੋਕ ਪੈਰਾਂ 'ਤੇ, ਪੈਰ ਸਭ ਤੋਂ ਨੀਵੇਂ ਸਨ। ਭਾਵ ਜੇ ਤੈਨੂੰ ਵੀ ਨੀਵੇਂ ਹੋਣ ਦੀ ਜਾਚ ਆ ਗਈ, ਤੇ ਜਿਹੜੇ ਤੇਰੇ ਅੱਗੇ ਤੂੰ ਝੁਕਾਉਣ ਦਾ ਯਤਨ ਕਰਦਾ ਰਿਹਾ, ਤੇਰੇ ਅੱਗੇ ਕੋਈ ਝੁਕਿਆ ਨਹੀਂ, ਤੂੰ ਜਦਣ ਨੀਵਾਂ ਹੋ ਗਿਆ ਆਪਣੇ ਆਪ ਸਾਰੇ ਝੁਕ ਜਾਣਗੇ। ਸਾਡੀ ਇੱਕ ਇੱਛਾ ਹੈ ਸਾਡੇ ਅੱਗੇ ਲੋਕ ਝੁਕ ਜਾਣ, 4 ਬੰਦੇ ਝੁਕਣ। ਪਰ ਸਾਡਾ ਇੱਕ ਹੋਰ ਤਜਰਬਾ ਵੀ ਹੈ। ਉਹ ਤਜਰਬਾ ਕਿਹੜਾ ਹੈ? ਸਾਡੀ ਜ਼ਿੰਦਗੀ ਦਾ ਤਜਰਬਾ ਬਿਲਕੁਲ ਪੁੱਠਾ ਹੈ। ਜਿਉਂ-ਜਿਉਂ ਬੰਦਾ ਮਰਨ ਦੇ ਨੇੜੇ ਆਉਂਦਾ, ਜਿਹੜੇ 4 ਬੰਦੇ ਝੁਕਦੇ ਸਨ ਉਹ ਵੀ ਨਹੀਂ ਝੁਕਦੇ, ਘੱਟ ਹੁੰਦੇ ਜਾਂਦੇ ਨੇ। ਕਿਸੇ ਸਿਆਣੇ ਨੇ ਕਿਹਾ ਜ਼ਿੰਦਗੀ ਦੀ ਕਾਮਯਾਬੀ ਇਹਨੂੰ ਕਹਿੰਦੇ
ਜਿਉਂ-ਜਿਉਂ ਮੌਤ ਦੇ ਨੇੜੇ ਆਏ ਤੇ ਜ਼ਿਆਦੇ ਬੰਦੇ ਉਹਦੇ ਮਿੱਤਰ ਬਣਨ, ਜ਼ਿਆਦੇ ਚੁੱਕਣ, ਇਹ ਕਾਮਯਾਬੀ ਦੀ ਨਿਸ਼ਾਨੀ ਹੈ। ਪਰ ਹੁੰਦਾ ਕੀ ਹੈ, ਜਿਉਂ-ਜਿਉਂ ਬੁਢੇਪਾ ਹੁੰਦਾ ਹੈ, ਬਾਹਰਲਿਆਂ ਨੇ ਤੇ ਕੀ ਝੁਕਣਾ ਸੀ, ਘਰ ਵਾਲੇ ਵੀ ਕੋਈ ਨਹੀਂ ਝੁਕਦੇ। ਪਹਿਲਾਂ ਜਵਾਨੀ ਸੀ, ਸਾਰੇ ਝੁਕਦੇ ਨੇ। ਜਦੋਂ ਬੱਚਾ ਸੀ ਉਦੋਂ ਸਾਰਾ ਪਰਿਵਾਰ, ਗੁਆਂਢੀ ਵੀ ਪਿੱਛੇ ਭੱਜਦੇ ਸੀ, ਗਲੀ ਵਿੱਚੋਂ ਲੰਘੇ ਬਹੁਤ ਲੋਕ ਪਿੱਛੇ ਭੱਜਦੇ ਸੀ। ਜਵਾਨੀ ਆ ਗਈ, ਲੋੜ ਸੀ ਪਰਿਵਾਰ ਨੂੰ, ਉਹ ਵੀ ਝੁਕਦੇ ਸੀ। ਲੋੜ ਸੀ ਸਿਰਫ, ਹੋਰ ਕੁਝ ਨਹੀਂ ਸੀ। ਇਹ ਭੁਲੇਖਾ ਹੈ ਬਹੁਤ ਵੱਡਾ। ਪਰ ਜਿਉਂ-ਜਿਉਂ ਬੰਦਾ ਥੋੜ੍ਹਾ ਜਿਹਾ ਅੱਗੇ ਜਾਂਦਾ ਨਾ, 60-65 ਸਾਲ ਤੋਂ, ਫਿਰ ਕਿਤੇ ਕਿਤੇ ਤਾਂ ਠੀਕ ਚੱਲਦਾ। ਉਹ ਬੰਦੇ ਦੀ ਪ੍ਰਾਲਬਧ ਹੁੰਦੀ ਹੈ, ਖਿਆਲ ਰੱਖਣਾ ਉਹਦੇ ਆਪਣੇ ਹੱਥ ਵਿੱਚ ਹੈ। ਪਰ ਬਹੁਤੀ ਥਾਈਂ ਕੀ ਹੁੰਦਾ ਹੈ, ਜਿਉਂ-ਜਿਉਂ ਬਜ਼ੁਰਗੀ ਆਉਂਦੀ ਹੈ, ਤਿਉਂ-ਤਿਉਂ ਅੱਗੋਂ ਬੱਚੇ ਵੀ ਸੋਚਦੇ ਨੇ ਵੀ ਹੁਣ ਤੁਸੀਂ ਥੋੜ੍ਹਾ ਜਿਹਾ ਆਰਾਮ ਕਰਿਆ ਕਰੋ। ਆਰਾਮ ਦਾ ਮਤਲਬ ਹੋਰ ਹੁੰਦਾ, ਆਰਾਮ ਦਾ ਮਤਲਬ ਰੈਸਟ ਨਹੀਂ ਹੁੰਦਾ। ਆਰਾਮ ਕਰਨ ਦਾ ਮਤਲਬ ਵੀ ਹੁਣ ਸਾਡੇ ਕੰਮ ਵਿੱਚ ਦਖਲ ਨਾ ਦਿਆ ਕਰੋ, ਹੁਣ ਅਸੀਂ ਤੁਹਾਡੇ ਅੱਗੇ ਝੁਕ ਨਹੀਂ ਸਕਦੇ। ਜਿਉਂ-ਜਿਉਂ ਉਮਰ ਵਧੀ, ਜ਼ਿੰਦਗੀ ਦੀ ਨਾਕਾਮਯਾਬੀ ਦੀ ਨਿਸ਼ਾਨੀ ਇਹ ਹੈ, ਬੰਦਾ ਚਾਹੁੰਦਾ ਸੰਸਾਰ ਝੁਕ ਜਾਏ, ਸੰਸਾਰ ਅਖੀਰ 'ਤੇ ਆਉਣ ਤੱਕ ਕੋਈ ਵੀ ਨਹੀਂ ਝੁਕਦਾ, ਸਾਰੇ ਛੱਡ ਜਾਂਦੇ ਨੇ ਝੁਕਣਾ। ਇੱਕ ਤਰੀਕਾ ਹੈ, ਹਜ਼ੂਰ ਕਹਿੰਦੇ ਨੇ ਤੂੰ ਝੁਕਾਉਣ ਦੀ ਆਦਤ ਛੱਡ ਦੇ ਦੂਜਿਆਂ ਨੂੰ, ਸਾਰੇ ਤੇਰੇ ਅੱਗੇ ਝੁਕ ਜਾਣਗੇ। ਬਸ ਤੇਰੀ ਆਦਤ। ਸਤਿਗੁਰੂ ਨੇ ਬਾਣੀ ਵਿੱਚ ਕਿਹਾ ਹੈ, ਕਿਸੇ ਨੇ ਸਤਿਗੁਰੂ ਨੂੰ ਇਹ ਸਵਾਲ ਕੀਤਾ ਸੀ, ਮੇਰੀ ਇੱਛਾ ਹੈ, ਮੰਗਣ ਵਾਸਤੇ ਆ ਗਿਆ, ਮੇਰੀ ਇੱਕ ਅਰਦਾਸ ਹੈ। ਕੀ ਅਰਦਾਸ ਹੈ? ਕਹਿੰਦਾ ਜੀ ਮੈਂ ਬਹੁਤ ਦੁਖੀ, ਬਹੁਤ ਤੰਗ। ਕਹਿੰਦੇ ਕੀ ਰੋਗ ਤੈਨੂੰ? ਕਹਿੰਦੇ ਰੋਗ ਤਾਂ ਕੋਈ ਨਹੀਂ। ਕਹਿੰਦੇ ਮੈਨੂੰ ਕੋਈ ਵੀ ਚੰਗਾ ਨਹੀਂ ਕਹਿੰਦਾ। ਅਸੀਂ ਕਈ ਵਾਰੀ ਕਹਿੰਦੇ ਹਨ, ਮੈਨੂੰ ਕੋਈ ਚੰਗਾ ਕਹਿੰਦੇ ਨਹੀਂ, ਨਾ ਪਰਿਵਾਰ ਵਿੱਚੋਂ, ਨਾ ਰਿਸ਼ਤੇਦਾਰਾਂ ਵਿੱਚੋਂ, ਨਾ ਸਮਾਜ ਵਿੱਚੋਂ, ਨਾ ਮਿੱਤਰਾਂ ਵਿੱਚੋਂ। ਹਰ ਇੱਕ ਬੰਦਾ ਦੁਰਕਾਰੀ ਜਾਂਦਾ ਹੈ, ਕੋਈ ਚੰਗਾ ਕਹਿੰਦੇ ਨਹੀਂ। ਇਸ ਗੱਲੋਂ ਮੈਂ ਬੜਾ ਦੁਖੀ ਹਾਂ। ਹਜ਼ੂਰ ਨੇ ਪੁੱਛਿਆ, ਇਹਦਾ ਮਤਲਬ ਤੂੰ ਚੰਗਾ ਅਖਵਾਉਣਾ ਚਾਹੁੰਦਾ? ਕਹਿਣ ਲੱਗੇ ਬਿਲਕੁਲ ਮੇਰੀ ਇੱਛਾ ਹੈ। ਕਹਿੰਦੇ ਇਹਦੇ ਵਿੱਚ 2 ਰੁਕਾਵਟਾਂ ਨੇ। ਯਾਦ ਰੱਖੋ, ਸਤਿਗੁਰੂ ਨੇ ਵਿਚਾਰਧਾਰਾ ਦੇ ਰਾਹੀਂ ਬੰਦੇ ਦਾ ਇਲਾਜ ਕੀਤਾ ਹੈ। ਕੁਝ ਚੀਜ਼ਾਂ ਅਸੀਂ ਅੰਦਰੋਂ ਤਬਦੀਲ ਕਰਨੀਆਂ। ਕਹਿਣ ਲੱਗੇ ਤੂੰ ਕਰ ਸਕਣਾ, ਇਹ ਨੁਕਸ ਤੇਰਾ ਹੈ। ਜੇ ਚੰਗਾ ਬਣਨਾ ਚਾਹੁੰਦਾ ਹੈ ਤੇ ਚੰਗੇ ਬਣਨ ਦੀ ਅੰਦਰੋਂ ਇੱਛਾ ਛੱਡ ਦੇ, ਬਸ ਇਹ ਦਵਾਈ ਹੈ। ਜੇ ਤੂੰ ਕਵੇਂ ਵੀ ਲੋਕ ਮੈਨੂੰ ਚੰਗਾ ਕਹਿਣ, ਤੇਰੀ ਇੱਛਾ ਪੂਰੀ ਹੋ ਜਾਏਗੀ, ਸਾਰੇ ਤੈਨੂੰ ਚੰਗਾ ਕਹਿਣਗੇ। ਕਦੋਂ? ਜਦੋਂ ਤੂੰ ਚੰਗਾ ਅਖਵਾਉਣ ਦੀ ਕੋਸ਼ਿਸ਼ ਕਰਨੀ ਛੱਡ ਦੇਂਗਾ। ਬਸ ਦੂਸਰੇ ਪਾਸੇ ਨੂੰ ਚੱਕਰ ਘੁੰਮਣਾ ਸ਼ੁਰੂ ਹੋ ਜਾਏਗਾ ਜ਼ਿੰਦਗੀ। ਇਹ ਹੈ ਹੀ ਇਸ ਤਰ੍ਹਾਂ ਦਾ, ਜਿੱਥੇ ਆਪਾਂ ਜੀ ਰਹੇ ਹਾਂ ਨਾ, ਇਹ ਹੈ ਕੁਝ ਵੀ ਨਹੀਂ, ਖੇਡ ਹੀ ਐਵੇਂ ਤਮਾਸ਼ੇ ਚੱਲਦਾ। ਇੱਥੇ ਕੀ ਹੈ, ਜਿਹੜੀ ਚੀਜ਼ ਨੂੰ ਫੜੋ ਉਹ ਛੁੱਟਦੀ ਹੈ, ਜਿਹਨੂੰ ਛੱਡੋ ਉਹ ਫੜੀ ਜਾਂਦੀ ਹੈ। ਬਾਣੀ ਪੜ੍ਹ ਕੇ ਵੇਖੋ, ਹੈ ਕੀ ਇੱਥੇ? ਜਿਹੜੀ ਚੀਜ਼ ਨੂੰ ਫੜੋ ਉਹ ਛੁੱਟਦੀ ਹੈ, ਜਿਹਨੂੰ ਛੱਡੋ ਹੱਥਾਂ ਵਿੱਚ ਆ ਜਾਂਦੀ ਹੈ। ਜਿਹਦੇ ਪਿੱਛੇ ਭੱਜੋ ਉਹ ਹੱਥ ਵਿੱਚ ਨਹੀਂ ਆਉਂਦੀ ਵਸਤੂ, ਤੇ ਜਿਹਨੂੰ ਤਿਆਗ ਕੇ ਦੂਜੇ ਪਾਸੇ ਤੁਰੋ ਪਿੱਛੇ ਆ ਜਾਂਦੀ ਹੈ। ਕਿਉਂਕਿ ਹੈ ਮਾਇਆ। ਇਹਨੂੰ ਕਿਹਾ ਹੈ ਮਾਇਆ ਦਾ ਜਗਤ। ਮਾਇਆ ਦਾ ਅਰਥ ਹੈ ਪਰਛਾਵਿਆਂ ਦੀ ਦੁਨੀਆ। ਪਰਛਾਵਿਆਂ ਦੀ ਦੁਨੀਆ ਦਾ ਅਰਥ ਹੀ ਇਹ, ਪਰਛਾਵਿਆਂ ਦੇ ਜਿਉਂ-ਜਿਉਂ ਪਿੱਛੇ ਭੱਜਦੇ ਹਾਂ, ਪਰਛਾਵੇਂ ਅੱਗੇ ਤੁਰੇ ਜਾਂਦੇ ਨੇ, ਤੇ ਜਦੋਂ ਅਸੀਂ ਦੂਜੇ ਪਾਸੇ ਤੁਰਨੇ ਹਾਂ, ਪਰਛਾਵੇਂ ਸਾਡੇ ਪਿੱਛੇ ਆ ਜਾਂਦੇ ਨੇ। ਇਹ ਖੇਡ ਹੈ ਸਿਰਫ। ਬੜੇ ਘੱਟ ਲੋਕਾਂ ਨੂੰ ਇਹਦੀ ਸਮਝ ਆਈ। ਸਤਿਗੁਰੂ ਨੇ ਜਵਾਬ ਦਿੱਤਾ, ਜੇ ਤੂੰ ਭਲਾ ਕਹਾਉਣਾ ਹੈ ਆਪਣੇ ਆਪ ਨੂੰ, ਤੇਰੇ ਬੁਰੇ ਹੋਣ ਦਾ ਕਾਰਨ ਇੱਕੋ। ਕਹਿੰਦੇ ਆਪਸ ਕੋ ਜੋ ਭਲਾ ਕਹਾਵੈ, ਤਿਸੈ ਭਲਾਈ ਨਿਕਟ ਨਾ ਆਵੈ। ਬਿਲਕੁਲ ਨਾ ਕਰੀ ਐਵੇਂ ਮੱਥਾ ਪਿੱਟ ਪਿੱਟ ਕੇ ਸਾਰੀ ਉਮਰ ਮਰੇਗਾ, ਮੈਨੂੰ ਚੰਗਾ ਨਹੀਂ ਕਹਿੰਦਾ ਕੋਈ, ਮੇਰੀ ਉਸਤਤ। ਛੱਡ ਦੇ ਇਸ ਚੀਜ਼ ਨੂੰ। ਜਿਹਨੂੰ ਤੂੰ ਵੱਡਾ ਕਹਿਣਾ ਸੀ ਉਹਨੂੰ ਵੱਡਾ ਨਹੀਂ ਕਿਹਾ, ਤੂੰ ਕਿੱਥੋਂ ਭਾਲਣਾ? ਲੋਕ ਤੈਨੂੰ ਵੱਡਾ ਕਹਿ ਦੇਣਗੇ। ਵੱਡੇ ਨੂੰ ਵੱਡਾ ਕਹੇ। ਜਿੱਦਣ ਤੂੰ ਵੱਡੇ ਨੂੰ ਵੱਡਾ ਕਹੇਗਾ, ਜਿੱਦਣ ਉਹਦੇ ਨਾਲ ਜੁੜ ਗਿਆ, ਵਡਿਆਈਆਂ ਦਰਵਾਜ਼ੇ ਭੰਨ ਕੇ ਤੇਰੇ ਕੋਲ ਆਉਣਗੀਆਂ, ਬਰਕਤਾਂ ਤੇਰੇ ਕੋਲ ਆਉਣਗੀਆਂ, ਪਰ ਤੈਨੂੰ ਇੱਛਾ ਨਹੀਂ ਹੋਵੇਗੀ ਵੀ ਵਡਿਆਈਆਂ ਮੇਰੇ ਕੋਲ। ਇਸ ਤਰ੍ਹਾਂ ਦਾ ਹਿਸਾਬ ਕਿਤਾਬ ਸਤਿਗੁਰੂ ਨੇ ਸਾਨੂੰ ਦਿੱਤਾ ਹੈ। ਅਸੀਂ ਚੀਜ਼ਾਂ ਦੇ ਪਿੱਛੇ ਭੱਜ ਰਹੇ ਹਾਂ। ਸਤਿਗੁਰੂ ਕਹਿੰਦੇ ਤਿਆਗਣ ਦੀ ਜਾਚ ਸਿੱਖ, ਜੇ ਕੁਝ ਚਾਹੀਦਾ ਤੇ।
ਗਵਾਉਣਾ ਚਾਹੁੰਦਾ ਤੇ ਫੜਨ ਦੀ ਕੋਸ਼ਿਸ਼ ਕਰ। ਗੱਲਾਂ ਦੋ ਹੀ ਨੇ। ਅਸੀਂ ਫੜ ਕੇ ਸਭ ਕੁਝ ਗਵਾ ਲਿਆ। ਸਤਿਗੁਰੂ ਨੇ ਕਿਹਾ ਇੱਕ ਵਾਰੀ ਮੇਰੇ ਕਹੇ ਤੇ ਛੱਡ ਕੇ ਵੇਖ ਦੁਨੀਆ ਨੂੰ। ਜਿਉਂ ਤੂੰ ਛੱਡੇਗਾ ਸਭ ਕੁਝ ਤੇਰੇ ਪੈਰਾਂ ਵਿੱਚ ਡਿੱਗ ਪੈਗਾ। ਜਦੋਂ ਤੂੰ 100% ਛੱਡ ਦੇਗਾ, ਤੂੰ ਇੱਕ ਛੋਟੇ ਜਿਹੇ ਘਰ ਦੀ ਗੱਲ ਕਰਨਾ ਹੈ, ਤੂੰ ਛੋਟੇ ਜਿਹੇ ਘਰ ਦੀ ਜਾਇਦਾਦ ਪਿੱਛੇ ਰੋਂਦਾ ਫਿਰਨਾ ਹੈ, ਸਾਰੇ ਬ੍ਰਹਿਮੰਡ ਦੀਆਂ ਸ਼ਕਤੀਆਂ ਤੇਰੇ ਹੱਥਾਂ ਵਿੱਚ ਆ ਜਾਣਗੀਆਂ। ਸਾਰੇ ਬ੍ਰਹਿਮੰਡ ਦੀਆਂ। ਬਾਬਾ ਈਸ਼ਰ ਸਿੰਘ ਹੋਰਾਂ ਨੇ ਇੱਕ ਸ਼ਬਦ ਲਿਖਿਆ ਹੈ, ਉਹਨਾਂ ਨੇ ਕਿਹਾ ਅਗਰ ਚਾਹੂੰ ਤਾਂ ਉਡਾ ਦੂੰ ਚਮਨ ਕੋ। ਕਹਿੰਦੇ ਜੇ ਮੈਂ ਚਾਹਵਾਂ ਤਾਂ ਇਸ ਧਰਤੀ ਨੂੰ ਇਸ ਤਰ੍ਹਾਂ ਉਡਾ ਦਿਆਂ ਜਿਵੇਂ ਹੱਥ ਦੇ ਉੱਤੇ ਥੋੜ੍ਹੀ ਜਿਹੀ ਧੂੜ ਪਈ ਹੋਵੇ ਨਾ ਤੇ ਫੂਕ ਮਾਰ ਕੇ ਉਡਾ ਦਿੱਤਾ ਹੈ। ਇੰਨੀ ਤਾਕਤ, ਇੰਨੀ ਸ਼ਕਤੀ। ਇਹ ਕਾਰਨ ਹੈ। ਉਹ ਤੇ ਚਲੋ ਵੱਡੀ ਪੱਧਰ 'ਤੇ ਛੱਡਿਆ ਉਹਨਾਂ ਲੋਕਾਂ ਨੇ, ਪਰ ਸਤਿਗੁਰੂ ਨੇ ਕਿਹਾ ਵੀ ਛੋਟੇ ਪੱਧਰ 'ਤੇ ਜਿਉਣ ਵਾਸਤੇ ਨਾ ਇਸ ਮਾਰਗ ਤੇ ਸੰਸਾਰ ਵਿੱਚ ਤੂੰ ਪਕੜਨ ਦੀ ਗੱਲ ਛੱਡ, ਛੱਡਣ ਦੀ ਗੱਲ ਸਿੱਖ, ਤਾਂ ਕਿ ਤੇਰੇ ਕੋਲ ਕੁਝ ਆ ਸਕੇ, ਤੇਰੇ ਜੀਵਨ ਵਿੱਚ ਕੁਝ ਵਾਪਰ ਸਕੇ। ਇਸ ਲਈ ਭਾਈ ਗੁਰਦਾਸ ਜੀ ਉਸ ਨਿਮਰਤਾ ਦੀ ਗੱਲ ਅੱਜ ਕਰ ਰਹੇ ਨੇ। ਕਹਿੰਦੇ ਸਿਰ ਉੱਚਾ ਨੀਵੇਂ ਚਰਨ, ਸਿਰ ਪੈਰੀ ਪਾਉਂਦੇ। ਨੀਵੇਂ ਹੋਣ ਕਰਕੇ ਪੈਰਾਂ ਨੂੰ ਸਤਿਕਾਰ ਮਿਲਿਆ। ਕੋਈ ਬੰਦਾ ਉਹਨਾਂ 'ਤੇ ਝੁਕਦਾ ਹੈ ਆ ਕੇ, ਮੂੰਹ ਅੱਖੀਂ ਨੱਕ ਕੰਨ ਹੱਥ ਦੇ ਭਾਰ ਉਚਾਉਂਦੇ। ਇੱਕ ਨਿਵਾਣ ਵਿੱਚ ਹੋਣ ਕਰਕੇ ਪੈਰਾਂ ਵਿੱਚ ਪਰਉਪਕਾਰ ਹੈ। ਉਹ ਸਾਰੇ ਸਰੀਰ ਦਾ ਵਜ਼ਨ ਚੁੱਕਦੇ ਨੇ, ਅੱਖਾਂ ਨੂੰ ਚੁੱਕ ਕੇ ਰੱਖਦੇ ਨੇ, ਨੱਕ ਨੂੰ, ਸਾਰੇ ਸਰੀਰ ਨੂੰ ਚੁੱਕਦੇ ਨੇ। ਕਹਿੰਦੇ ਸਭ ਚਿਹਨ ਛੱਡ ਪੂਜੀਆਂ, ਕੌਣ ਕਰਮ ਕਮਾਉਂਦੇ। ਸਾਰਿਆਂ ਚਿੰਨ੍ਹਾਂ ਨੂੰ ਛੱਡ ਕੇ ਪੈਰਾਂ ਦੀ ਪੂਜਾ ਕਿਉਂ ਹੁੰਦੀ ਏ? ਇਹਦਾ ਕਾਰਨ ਕੀ ਏ? ਤੇ ਭਾਈ ਸਾਹਿਬ ਕਹਿੰਦੇ ਗੁਰ ਸ਼ਰਣੀ ਸਾਧ ਸੰਗਤੀ, ਨਿਤ ਚੱਲ ਚੱਲ ਜਾਂਦੇ। ਪੈਰ ਸਫਲ ਹੋ ਜਾਂਦੇ ਨੇ। ਕਿਉਂ? ਨਿਤ ਹੀ ਜਿਹੜੇ ਪੈਰ ਤੁਰ ਕੇ ਸਾਧ ਸੰਗਤ ਵਿੱਚ ਗੁਰੂ ਕੋਲ ਆਉਂਦੇ ਨੇ। ਉਹ ਹੈਣ ਤੇ ਪੈਰ ਮਾਸ ਮਿੱਟੀ ਦੇ, ਪਰ ਉਹ ਪੈਰ ਸਫਲ ਹੋ ਜਾਂਦੇ ਨੇ। ਉਹ ਪੈਰ ਆਪਣੀ ਜ਼ਿੰਦਗੀ ਦੇ ਰਸਤੇ ਰੱਬ ਦੇ ਘਰ ਵੱਲ ਬਣਾ ਲੈਂਦੇ ਨੇ। ਇਸ ਸਧਾਰਨ ਮਿੱਟੀ ਤੇ ਧਰਤੀ ਤੇ ਤੁਰ ਕੇ ਵੀ ਉੱਚੇ ਰਸਤਿਆਂ ਤੇ ਪਹੁੰਚ ਜਾਂਦੇ ਨੇ। ਕਹਿੰਦੇ ਵਤਨ ਪਰ ਉਪਕਾਰ ਨੂੰ ਕਰ ਪਾਰ ਵਸਾਂਦੇ। ਇਹ ਇੱਕ ਐਸਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜਿਹੜੀ ਚੀਜ਼ ਬੰਦਾ ਲੱਭ ਰਿਹਾ ਉਹਨੂੰ ਕਹਿੰਦੇ ਨੇ ਖੁਸ਼ੀ। ਆਦਮੀ ਕੀ ਲੱਭ ਰਿਹਾ? ਖੁਸ਼ੀ ਲੱਭ ਰਿਹਾ। ਉਹਦੇ ਪਿੱਛੇ ਆਹ ਜਿੰਨੀਆਂ ਚੀਜ਼ਾਂ ਨੇ ਇਹ ਸਿਰਫ ਇਸ ਵਾਸਤੇ ਨੇ ਕਿ ਮੈਂ ਖੁਸ਼ ਰਹਾਂ। ਜੇ ਕੋਈ ਆਦਮੀ ਵੱਡਾ ਮਕਾਨ ਚਾਹੁੰਦਾ ਹੈ, ਮਕਾਨ ਉਹਦਾ ਟਾਰਗੇਟ ਨਹੀਂ, ਟਾਰਗੇਟ ਤੇ ਨਿਸ਼ਾਨਾ ਤੇ ਖੁਸ਼ੀ ਹੈ ਵੀ ਮੈਂ ਕਿਸੇ ਤਰ੍ਹਾਂ ਮਨ ਸੰਤੁਸ਼ਟ ਹੋ ਜਾਏ, ਮੈਂ ਖੁਸ਼ ਰਹਾਂ। ਕੱਪੜਾ ਚੰਗਾ ਪਾਉਂਦਾ ਹੈ, ਭੋਜਨ ਦਾ ਪ੍ਰਬੰਧ ਕਰਦਾ ਹੈ, ਕਿੰਨੀਆਂ ਚੀਜ਼ਾਂ ਨੇ, ਮਾਇਆ ਇਕੱਠੀ ਕਰਦਾ ਹੈ, ਬੜੇ ਕੰਮ ਕਰਦਾ ਹੈ। ਉਹ ਮੂੰਹ 'ਤੇ ਨਹੀਂ ਕਹੇਗਾ ਵੀ ਮੈਂ ਕਿਉਂ ਕਰ ਰਿਹਾ, ਪਰ ਜੇ ਉਹਦੇ ਤੁਸੀਂ ਕੇਂਦਰ ਦੀ ਖੋਜ ਕਰੋ ਵੀ ਇਹ ਇੰਨੀਆਂ ਚੀਜ਼ਾਂ ਸਾਰੀ ਉਮਰ ਭੱਜ ਕੇ ਇਕੱਠੀਆਂ ਕਿਉਂ ਕਰਦਾ ਹੈ, ਉਹਦੇ ਪਿੱਛੇ ਇੱਕੋ ਹੀ ਗੱਲ ਨਿਕਲੇਗੀ, ਬੰਦਾ ਖੁਸ਼ ਰਹਿਣਾ ਚਾਹੁੰਦਾ, ਮੇਰੇ ਵਿੱਚ ਖੁਸ਼ੀ ਰਵੇ। ਇਹ ਹੈ ਵੀ ਜ਼ਰੂਰੀ, ਕਿਉਂਕਿ ਖੁਸ਼ੀ ਮਨੁੱਖ ਦੀ ਜਮਾਂਦਰੂ ਜਾਇਦਾਦ ਹੈ। ਧਿਆਨ ਦੇਣਾ, ਖੁਸ਼ ਰਹਿਣਾ। ਆ ਬੱਚਾ ਵੇਖੋ, ਉਹਨੂੰ ਕੋਈ ਪਤਾ ਨਹੀਂ ਮੈਂ ਕਿਹੜੇ ਮਜ਼ਹਬ ਵਿੱਚ ਜੰਮਿਆ, ਮੇਰੇ ਕੋਲ ਕਿੰਨੀ ਜ਼ਮੀਨ ਹੈ, ਕੌਣ ਮੇਰੀ ਮਾਂ ਹੈ, ਕੌਣ ਬਾਪ ਹੈ, ਪਰ ਪੰਘੂੜੇ ਦੇ ਵਿੱਚ ਇਕੱਲਾ ਹੀ ਹੱਸੀ ਤੁਰਿਆ ਜਾਂਦਾ। ਬੱਚਾ ਐਵੇਂ ਹੱਸਦਾ, ਕਾਰਨ ਕੋਈ ਨਹੀਂ, ਹੱਸ ਰਿਹਾ। ਕਿਉਂਕਿ ਪਰਮਾਤਮਾ ਦੇ ਦਰ ਤੋਂ ਜਦੋਂ ਮਨੁੱਖ ਆਇਆ, ਉਹਨੂੰ ਸਭ ਤੋਂ ਵੱਡੀ ਜਾਇਦਾਦ ਰੱਬ ਨੇ ਜਿਹੜੀ ਦੇ ਕੇ ਭੇਜੀ ਸੀ, ਉਹ ਖੁਸ਼ੀ ਸੀ, ਉਹ ਆਨੰਦ ਸੀ। ਬਸ ਜਿਉਂ-ਜਿਉਂ ਅਸੀਂ ਵੱਡੇ ਹੋਏ, ਉਹ ਜਾਇਦਾਦ ਕਿਤੇ ਗਵਾਚ ਗਈ। ਖੁਸ਼ ਹੋਣਾ, ਸਤਿਗੁਰੂ ਕਹਿੰਦੇ ਵੀ ਆ ਜਿਨ੍ਹਾਂ ਚੀਜ਼ਾਂ ਦੇ ਰਾਹੀਂ ਤੂੰ ਖੁਸ਼ ਹੋਣਾ ਚਾਹੁੰਦਾ, ਤੈਨੂੰ ਇਹਨਾਂ ਦਾ ਪਤਾ ਨਹੀਂ। ਹੁਣ ਜਿਹੜੀ ਚੀਜ਼ ਨਾਲ ਮੋਹ ਹੈ, ਉਹਦਾ ਸੁਭਾਅ ਬੰਦੇ ਵਿੱਚ ਆ ਜਾਂਦਾ ਹੈ। ਜਿਹੜੀ ਚੀਜ਼ ਦੇ ਕੋਲ ਜਾਵਾਂਗੇ, ਉਹਦੇ ਸੁਭਾਅ ਦਾ ਅਸਰ ਤੇ ਪਏਗਾ ਨਾ। ਆ ਸਾਹਮਣੇ ਅੱਗ ਬਲ ਰਹੀ ਹੈ ਚੁੱਲ੍ਹੇ ਵਿੱਚ, ਅੱਗ ਦਾ ਸੁਭਾਅ ਗਰਮੀ ਹੈ, ਤੁਸੀਂ ਉਹਦੇ ਕੋਲ ਜਾਓ, ਸੇਕ ਆਪਣੇ ਆਪ ਪਏਗਾ। ਜਿਹੜੀਆਂ ਚੀਜ਼ਾਂ ਤੋਂ ਅਸੀਂ ਖੁਸ਼ੀ ਭਾਲ ਰਹੇ ਹਾਂ, ਤਵੱਜੋ ਦਿਓ, ਉਹਨਾਂ ਦਾ ਸੁਭਾਅ ਖੁਸ਼ੀ ਨਹੀਂ, ਉਹਨਾਂ ਦਾ ਸੁਭਾਅ ਗਮੀ ਹੈ। ਖਿਆਲ ਰੱਖਣਾ। ਇਸ ਕਰਕੇ ਬੰਦਾ ਜਿਉਂ-ਜਿਉਂ ਉਹਨਾਂ ਦੇ ਨੇੜੇ ਜਾਂਦਾ ਹੈ,
ਜਦੋਂ ਬਿਲਕੁਲ ਨੇੜੇ ਚਲਾ ਜਾਂਦਾ ਉੱਥੇ ਖੁਸ਼ੀ ਲੱਭਦੀ ਨਿੰਦਰਾਸ ਹੋ ਜਾਂਦਾ ਹੈ, ਪਿੱਛੇ ਮੁੜ ਜਾਂਦਾ ਹੈ। ਇੱਕ ਚੀਜ਼ ਗੁਰਬਾਣੀ ਵਿੱਚ ਦੱਸੀ ਸਤਿਗੁਰੂ ਨੇ, ਕਹਿੰਦੇ ਜੇ ਤੂੰ ਖੁਸ਼ ਹੋਣਾ ਹੈ ਇੱਕ ਕੰਮ ਕਰਿਆ ਕਰ। ਉਹਨੂੰ ਗੁਰੂ ਸਾਹਿਬ ਨੇ ਕਿਹਾ ਪਰ ਉਪਕਾਰ, ਦੂਜੇ ਦਾ ਭਲਾ ਕਰ। ਜਿਹੜੇ ਆਦਮੀ ਬਹੁਤੇ ਪਰੇਸ਼ਾਨ ਹੋ ਜਾਂਦੇ ਨੇ, ਉਹਦਾ ਇੱਕ ਨਿਯਮ ਹੈ, ਕਈ ਵਾਰੀ ਤਾਂ ਹਕੀਮ ਵੀ ਕਹਿ ਦਿੰਦੇ ਨੇ ਤੂੰ ਕੀੜੀਆਂ ਨੂੰ ਆਟਾ ਪਾਇਆ ਕਰ, ਤੂੰ ਪੰਛੀਆਂ ਨੂੰ ਰੋਟੀ ਪਾਇਆ ਕਰ, ਤੂੰ ਗਾਂ ਨੂੰ ਰੋਟੀ ਚਾਰਿਆ ਕਰ। ਹੁਣ ਤਾਂ ਵੈਸੇ ਹੋਰ ਗੱਲਾਂ ਹੋ ਗਈਆਂ, ਇਹ ਗੱਲਾਂ ਇਹ ਹੀ ਸਨ। ਤੂੰ ਕਿਸੇ ਨੂੰ ਕੁਝ ਦੇ, ਕਿਸੇ ਨੂੰ ਕੁਝ ਛਕਾ। ਤੁਸੀਂ ਕਦੀ ਵੇਖਣਾ ਵੀ ਪ੍ਰਸ਼ਾਦਾ ਵਰਤਾਉਣ ਲੱਗਿਆ ਬੰਦਾ ਭਾਵੇਂ ਘਰੋਂ ਕੁਝ ਵੀ ਨਾ ਲੈ ਗਿਆ, ਪ੍ਰਸ਼ਾਦੇ ਵਰਤਾਉਂਦਿਆਂ ਵਰਤਾਉਂਦਿਆਂ ਉਹਦੇ ਅੰਦਰ ਕੁਝ ਤਰੰਗਾਂ ਉੱਠਣ ਲੱਗ ਪੈਂਦੀਆਂ ਖੁਸ਼ੀ ਦੀਆਂ। ਸੇਵਾ ਤਾਂ ਦੱਸੀ, ਦੂਜੇ ਨੂੰ ਕੁਝ ਦੇ, ਵੰਡ ਕੁਝ ਜੀਵਨ ਦੇ ਵਿੱਚ। ਜਿਉਂ-ਜਿਉਂ ਬੰਦਾ ਪਰਉਪਕਾਰ ਕਰਨ ਦੀ ਜਾਚ ਸਿੱਖੇਗਾ, ਪਰ ਇਹ ਵਿਚਾਰਾ ਕਰੇ ਕਿਵੇਂ? ਕਈ ਸਾਲਾਂ ਤੋਂ ਇਹਨੂੰ ਸਿੱਖਿਆ ਹੀ ਇਹ ਮਿਲੀ ਏ ਵੀ ਤੂੰ ਬਾਹਰੋਂ ਲਿਆ ਕੇ ਨਾ ਘਰ ਵਿੱਚ ਦੱਬਣਾ, ਭਾਵੇਂ ਉੱਲੀ ਖਾ ਜਾਏ ਵਸਤੂਆਂ ਨੂੰ, ਬਾਹਰ ਨਹੀਂ ਨਿਕਲਣ ਦੇਣਾ। ਅੰਦਰ ਕੀੜੇ ਪੈ ਜਾਣ ਭਾਵੇਂ, ਬਾਹਰ ਨਹੀਂ ਨਿਕਲਣ ਦੇਣਾ, ਦੱਬ ਦੇ ਅੰਦਰ ਜੋ ਕੁਝ ਹੈ। ਹਜ਼ੂਰ ਕਹਿੰਦੇ ਤੇ ਤੂੰ ਗਮ ਲਿਆ ਕੇ ਆਪਣੇ ਅੰਦਰ ਗਾਲ ਰਿਹਾ, ਆਪਣੀ ਜ਼ਿੰਦਗੀ ਖਰਾਬ। ਵੰਡਣ ਦੀ ਜਾਚ ਸਿੱਖ, ਛੱਡ ਇਸ ਨੂੰ। ਜਿਉਂ-ਜਿਉਂ ਤੂੰ ਦੇਂਗਾ ਘਟੇਗਾ ਨਹੀਂ, ਬਸ ਘਟਦਾ ਤਾਂ ਦਿਸਦਾ ਵੀ ਤੂੰ ਕਦੀ ਵੰਡਿਆ ਹੀ ਨਹੀਂ। ਜਿਉਂ-ਜਿਉਂ ਤੂੰ ਦੇਂਗਾ, ਜਿਹਨੂੰ ਦੇਂਗਾ ਤੈਨੂੰ ਇੰਝ ਲੱਗਣ ਲੱਗ ਪੈਗਾ ਉਹਨੂੰ ਤੇ ਮੈਂ ਇੱਕ ਪ੍ਰਸ਼ਾਦਾ ਦਿੱਤਾ ਸੀ, ਮੈਨੂੰ ਅੰਦਰ ਕੋਈ 100 ਦਾ ਅਸਰ ਹੋ ਗਿਆ। ਪਰ ਕਿਤੇ ਸਮਾਜ ਵਿੱਚ ਸਿਖਾਇਆ ਜਾਂਦਾ, ਖੋਹਣ ਦੀ ਜਾਚ ਸਿਖਾਈ ਜਾਂਦੀ, ਵੰਡਣ ਦੀ ਕਿੱਥੇ ਜਾਚ। ਕੁਝ ਘਰ ਵਿੱਚ ਇਸੇ ਕਰਕੇ ਗੁਰੂ ਨਾਨਕ ਦੇਵ ਜੀ ਤੋਂ ਉਹਨਾਂ ਦੇ ਪਿਤਾ ਜੀ ਬੜੇ ਕਈ ਵਾਰੀ ਤੰਗ ਹੁੰਦੇ ਸਨ, ਕਿਉਂਕਿ ਇਕੱਲੇ ਪੁੱਤਰ ਸਨ ਤੇ ਪਟਵਾਰੀ ਇੱਕ ਬਹੁਤ ਵੱਡਾ ਰੈਂਕ ਸੀ, ਚੰਗੀ ਮਾਇਆ ਕਮਾਉਂਦੇ ਸੀ। ਬਾਬਾ ਕਲਿਆਣ ਦਾਸ ਗੁਰੂ ਨਾਨਕ ਦੇਵ ਜੀ ਦੇ ਪਿਤਾ, ਇੱਕੋ ਪੁੱਤਰ ਸੀ ਤੇ ਬੜੇ ਚਿਰ ਬਾਅਦ ਜਨਮ ਲਿਆ ਸੀ ਗੁਰੂ ਨਾਨਕ ਦੇਵ ਜੀ ਨੇ। ਇਸ ਕਰਕੇ ਮਾਤਾ ਜੀ ਨੂੰ ਇਹ ਬਹੁਤ ਸ਼ੌਂਕ ਸੀ। ਇੱਕ ਦਿਨ ਕਹਿੰਦੇ ਨੇ ਵੀ ਤੁਸੀਂ ਕੱਲਾ ਪੁੱਤਰ ਹੈ, ਸੋਹਣਾ ਜਿਹਾ ਇੱਕ ਕੜਾ ਤੇ ਇੱਕ ਡੋਲੂ ਜਿਹਾ, ਉਹਨੂੰ ਕਹਿੰਦੇ ਕਰਮੰਡਲ, ਵਧੀਆ ਬਣਵਾ ਕੇ ਲਿਆਓ, ਸੋਨੇ ਦਾ ਕੜਾ। ਕਰਮੰਡਲ ਦੇ ਉੱਤੇ ਵੀ ਸੋਨੇ ਦੀ ਪਾਲਿਸ਼ ਚਮਕੇ ਲਿਆ ਕੇ ਦਿਓ। ਇੱਕ ਸੋਹਣਾ ਜਿਹਾ ਜਾਮਾ ਪਾ ਕੇ ਨਾਨਕ ਜਦੋਂ ਤੁਰੇਗਾ ਨਾ ਤੇ ਬੜਾ ਸੋਹਣਾ ਲੱਗੇਗਾ। ਬਾਬੇ ਕਲਿਆਣ ਦਾਸ ਨੇ ਕਿਹਾ ਵੀ ਲਿਆ ਦੇਣਾ, ਪਰ ਇਹਦੇ ਲੱਛਣ ਠੀਕ ਨਹੀਂ। ਉਹ ਲੱਛਣ ਸਮਝਦਾ ਸੀ, ਉਹਨੂੰ ਪਤਾ ਸੀ, ਕਿਉਂਕਿ ਬਾਬੇ ਕਲਿਆਣ ਦਾਸ ਦੇ ਲੱਛਣ ਹੁਣ ਤੱਕ ਇਹ ਹੀ ਰਹੇ ਸਨ ਵੀ ਬਾਹਰੋਂ ਲਿਆ ਕੇ ਅੰਦਰ ਰੱਖਣਾ, ਤੇ ਬਾਬੇ ਨਾਨਕ ਦੇ ਲੱਛਣ ਸਨ ਘਰੋਂ ਬਾਹਰ ਲਿਜਾਣਾ, ਵੱਖਰੇ ਸਨ, ਟਕਰਾਅ ਸੀ। ਖੈਰ ਲਿਆ ਦਿੱਤਾ, ਮਾਤਾ ਜੀ ਨੇ ਬੜੇ ਪਿਆਰ ਨਾਲ ਪਵਾਇਆ। ਫਿਰ ਉਹ ਕਰਮੰਡਲ ਵੀ ਦਿੱਤਾ, ਉਹ ਕਮੀਜ਼ ਵੀ ਪਵਾਇਆ, ਬੜੇ ਸੋਹਣੇ ਲੱਗੇ। ਮਾਂ ਬੜੀ ਖੁਸ਼ ਹੋਈ, ਤੋਰ ਕੇ ਵੇਖਿਆ ਵੀ ਕਿਵੇਂ ਦਾ ਲੱਗਦਾ ਨਾਨਕ। ਥੋੜ੍ਹੇ ਜਿਹਾ ਤੁਰੇ ਘਰ ਦੇ ਵਿੱਚ ਤੇ ਬਾਬਾ ਕਲਿਆਣ ਦਾਸ ਕਹਿੰਦੇ ਇਹਨੂੰ ਘਰ ਦੇ ਵਿੱਚ ਹੀ ਤੋਰੀ, ਬਾਹਰ ਨਾ ਜਾਣ ਦੇਈ। ਉਹ ਸਮਝਦੀ ਨਹੀਂ ਵੀ ਕਿਉਂ। ਤੇ ਗੁਰੂ ਨਾਨਕ ਦੇਵ ਕਹਿੰਦੇ ਮਾਤਾ ਮੈਂ ਥੋੜ੍ਹਾ ਜਿਹਾ ਗੇੜਾ ਕੱਢ ਆਵਾਂ ਬਾਹਰ। ਕਹਿੰਦੇ ਜਾ ਬੇਟਾ, ਕੱਢ ਕੇ ਆ। ਬਾਹਰ ਗਏ, ਥੋੜ੍ਹੇ ਚਿਰ ਬਾਅਦ ਵਾਪਸ ਮੁੜੇ, ਨਾ ਹੱਥ ਵਿੱਚ ਕੜੇ, ਨਾ ਹੱਥ ਵਿੱਚ ਕਮੰਡਲ, ਕਮੀਜ਼ ਬਚਿਆ ਕਿਸੇ ਤਰ੍ਹਾਂ, ਉਹ ਵੀ ਕਿਤੇ ਚੇਤਾ ਨਹੀਂ ਆਇਆ। ਕਹਿਣ ਲੱਗੇ ਕਿੱਧਰ ਗਿਆ ਸਾਰਾ ਕੁਝ? ਕਹਿੰਦੇ ਜਾਣਾ ਕਿੱਧਰ ਸੀ, ਇੱਥੇ ਹੀ ਸਾਰਾ ਕੁਝ, ਜ਼ਮੀਨ 'ਤੇ ਹੀ ਸੀ, ਹੁਣ ਵੀ ਜ਼ਮੀਨ 'ਤੇ ਹੈ। ਉਹ ਕਿਤੇ ਉਹ ਲਿਆਂਦਾ ਸੀ, ਕਿਤੇ ਪਿਆ ਹੈ, ਥਾਂ 'ਤੇ ਬਦਲੀ ਗਈ, ਚੀਜ਼ ਤਾਂ ਪਹਿਲਾਂ ਹੀ ਇੱਥੇ ਸੀ। ਧਨ ਕਿਤੇ ਨਹੀਂ, ਨਾ ਕਿਤੇ ਜਾਂਦਾ ਨਾ ਆਉਂਦਾ। ਇਹ ਤਾਂ ਵਿੱਚ ਜਿਵੇਂ ਬੱਚੇ ਮਿੱਟੀ ਦੀ ਖੇਡ ਖੇਡਦੇ ਨੇ, ਤੁਸੀਂ ਕਈ ਵਾਰੀ ਮੈਂ ਵੇਖਿਆ ਬੱਚਿਆਂ ਨੂੰ। ਇੱਕ ਦਿਨ ਮੈਂ ਬੱਚਿਆਂ ਨੂੰ ਗਲੀ ਵਿੱਚ ਖੇਡਦੇ ਵੇਖਿਆ, ਕੱਚੀ ਗਲੀ ਸੀ, ਕੱਚੀ ਮਿੱਟੀ, ਉਹਨਾਂ ਨੇ ਆਪੋ ਆਪਣੀਆਂ ਢੇਰੀਆਂ ਲਾਈਆਂ ਨੇ, ਛੋਟੀਆਂ 4-4 ਕਿਲੋ 5-5 ਕਿਲੋ ਮਿੱਟੀ ਇਕੱਠੀ ਕੀਤੀ, ਖੇਡ ਰਹੇ ਸਨ ਬੜੇ ਲਗਨ ਨਾਲ। ਕੀ ਹੋਇਆ, ਇੱਕ ਬੱਚਾ ਥੋੜ੍ਹਾ ਜਿਹਾ ਸ਼ਰਾਰਤੀ ਸੀ, ਉਹਨੇ ਦੂਜੇ ਦੀ ਮਿੱਟੀ ਦੇ ਵਿੱਚੋਂ ਬੁੱਕ ਭਰ ਕੇ ਨਾ ਕਾਹਲੀ ਨਾਲ ਆਪਣੀ ਢੇਰੀ ਵਿੱਚ ਰੱਖ ਲਈ। ਤੇ ਦੂਜੇ ਦੀ ਵੀ ਅਣਖ ਜਾਗ ਪਈ ਵੀ ਮੇਰੀ ਮਿੱਟੀ ਨੂੰ ਕੌਣ ਛੇੜਨ ਵਾਲਾ ਹੈ। ਉਹ ਉੱਠਿਆ
ਸਾਧ ਸੰਗਤ ਉੱਥੇ ਬਹੁਤ ਵੱਡਾ ਸੰਗਰਾਮ, ਬਹੁਤ ਵੱਡਾ ਕੋਲ ਹੋਇਆ। ਮਿੱਟੀ ਦੀਆਂ ਢੇਰੀਆਂ ਦੋ ਕੋਲ ਪਈਆਂ ਨੇ, ਘੁਲ ਘੁਲ ਕੇ ਉਹਨਾਂ ਨੇ ਦੋਵਾਂ ਨੇ ਇੰਨਾ ਜੋਸ਼ ਵਿਖਾਇਆ ਵੀ ਪੂਰੀ ਤਾਕਤ ਲਾ ਦਿੱਤੀ। ਮਿੱਟੀ ਉੱਥੇ ਹੀ ਪਈ ਹੈ, ਪਰਤ ਕੇ ਮਾਵਾਂ ਆਈਆਂ, ਉਹਨਾਂ ਨੇ ਚੁੱਕਿਆ। ਕੀ ਹੋਇਆ? ਉਹ ਕਹਿੰਦਾ ਹੈ ਵੀ ਇਹਨੇ ਮੇਰੀ ਮਿੱਟੀ ਦੀ ਢੇਰੀ ਵਿੱਚੋਂ ਮਿੱਟੀ ਦੀ ਬੁੱਕ ਕਿਉਂ ਚੁੱਕੀ ਹੈ? ਗੱਲ ਇੰਨੀ ਕੁ ਹੈ। ਹੁਣ ਵੱਡਾ ਆਦਮੀ ਹੱਸੇਗਾ ਬਈ ਇਹ ਕੀ ਬੱਚਿਆਂ ਦੀ ਖੇਡ, ਮਿੱਟੀ ਤੋਂ ਲੜ ਪਏ। ਉਹਨੇ ਕਿਹਾ ਵੀ ਬੇਟਾ ਮਿੱਟੀ ਤੋਂ ਨਹੀਂ ਲੜੀਦਾ ਤੇ ਵਾਧੂ ਪਈ ਏ। ਕੋਲੋਂ ਕੋਈ ਫਕੀਰ ਲੰਘਦਾ ਸੀ, ਉਹਨੇ ਕਿਹਾ ਵੀ ਤੁਸੀਂ ਵੀ ਤੇ ਮਿੱਟੀ ਤੋਂ ਹੀ ਲੜਦੇ ਹੋ, ਛੋਟੀਆਂ ਢੇਰੀਆਂ ਤੋਂ ਲੜਦੇ, ਤੁਸੀਂ ਵੱਡੀਆਂ ਤੋਂ ਲੜ ਪੈਂਦੇ ਹੋ। ਗੱਲ ਕੱਖ ਵੀ ਨਹੀਂ, ਬਰਾਬਰ ਕੰਮ ਚੱਲਦਾ। ਇਹਨਾਂ ਨੂੰ ਦੋਸ਼ ਨਾ ਦਿਓ, ਇਹਨਾਂ ਤੁਹਾਡਾ ਹੀ ਦੁੱਧ ਪੀਤਾ ਹੈ। ਤੁਸੀਂ ਵੀ ਤੇ ਸਾਰੀ ਜ਼ਿੰਦਗੀ ਮਿੱਟੀ ਪਿੱਛੇ ਲੰਘਾ ਦਿੱਤੀ, ਹੋਰ ਕੀਤਾ ਵੀ ਕਿ ਜ਼ਿੰਦਗੀ ਦੇਵੇ। ਆਪੋ ਆਪਣੀਆਂ ਹੱਦ ਬੰਨੀਆਂ ਮਿੱਥੀਆਂ ਨੇ, ਉਹਨੂੰ ਚੰਬੜੇ ਹੋਏ ਹੋ, ਉਹਨੂੰ ਆਪਣੇ ਥਾਂ ਛਾਤੀ ਨਾਲ ਲਾਇਆ ਹੋਇਆ ਹੈ, ਫਸੇ ਹੋਏ ਉਹਦੇ ਵਿੱਚ। ਕਦੀ ਇਸ ਚੀਜ਼ ਤੋਂ ਬਿਨਾਂ ਜਿਉਣ ਦਾ ਤੁਹਾਨੂੰ ਸਾਹਸ, ਹੌਸਲਾ ਹੀ ਨਹੀਂ ਹੋਇਆ ਕਿ ਪਦਾਰਥ ਤੋਂ ਬਿਨਾਂ ਵੀ ਵਿਅਕਤੀ ਜਿੰਦਾ ਰਹਿ ਸਕਦਾ ਹੈ। ਉਹ ਤਾਂ ਸਿਰਫ ਗੁਜਰਾਨ ਸੀ, ਪਰ ਕੀ ਕਰੀਏ, ਸਿਖਾਇਆ ਹੀ ਇਹ ਜਾਂਦਾ ਹੈ, ਸਿਖਾਇਆ ਹੀ ਇਹ ਜਾਂਦਾ ਹੈ। ਨਾਲੇ ਧਾਰਮਿਕ ਬੰਦਿਆਂ ਨੇ ਵੀ ਸਟੇਜ 'ਤੇ ਕਹਿਣਾ ਜੀ ਮਾਇਆ ਤੋਂ ਬਚ ਕੇ ਰਿਹਾ ਜੇ, ਪਰ ਜਦੋਂ ਆਪਣੀ ਵਾਰੀ ਆਉਂਦੀ ਫਿਰ ਗੁਰੂ ਹੀ ਕਿਰਪਾ ਕਰੇ, ਉਹ ਗੱਲ ਕਹੀ ਨਹੀਂ ਜਾਂਦੀ ਜਿਹੜੀ ਗੱਲ ਵਾਪਰ ਜਾਂਦੀ ਹੈ, ਉਹਨੂੰ ਕਿਹਾ ਨਹੀਂ ਜਾ ਸਕਦਾ। ਇਹ ਤਾਂ ਸਿਰਫ ਵਿਖਿਆਨ ਨੇ, ਇਹ ਤਾਂ ਸਿਰਫ ਕਥਾਵਾਂ ਨੇ, ਇਹ ਤਾਂ ਸਿਰਫ ਸ਼ਬਦਾਂ ਦਾ ਜਾਲ ਹੈ ਜਿਹਦੇ ਵਿੱਚ ਮੱਛੀਆਂ ਫਸਾ ਫਸਾ ਕੇ ਮਾਰੀਆਂ ਜਾਂਦੀਆਂ ਨੇ। ਇਸ ਤੋਂ ਵੱਧ ਗਿਆਨ ਵੀ ਅੱਜ ਕੱਲ੍ਹ ਦਾ ਕੁਝ ਨਹੀਂ ਰਿਹਾ। ਧਿਆਨ ਦੇਣਾ, ਤਵੱਜੋ ਦਿਓ। ਭਾਈ ਸਾਹਿਬ ਜੀ ਪਿੱਛੇ ਬੈਠ ਜਾਓ, ਸੰਗਤ ਡਿਸਟਰਬ ਹੁੰਦੀ ਹੈ। ਜਿਹੜੀ ਸੰਗਤ ਪਿੱਛੋਂ ਆਉਂਦੀ ਉਹਨਾਂ ਨੂੰ ਬੇਨਤੀ ਹੈ, ਕਿਉਂਕਿ ਸੰਗਤ ਜੁੜੀ ਹੁੰਦੀ ਹੈ, ਸਿੰਘ ਸਿਮਰਨ ਕਰਦੇ ਹੁੰਦੇ ਨੇ, ਔਰ ਜਦੋਂ ਕੋਈ ਸਰੀਰ ਜੁੜਿਆ, ਮੈਂ ਸਮਝਣਾ ਉਸ ਨੂੰ ਅੰਗ ਲਾ ਦੇਣਾ ਇਹ ਵੀ ਬਹੁਤ ਮਹਿੰਗਾ ਪੈ ਸਕਦਾ, ਕਿਉਂਕਿ ਐਸਾ ਧਿਆਨ ਉਹਦਾ ਲੱਗਾ। ਖੈਰ ਧਿਆਨ ਦਿਓ। ਜਿਹੜੀ ਬੇਨਤੀ ਮੈਂ ਕਰ ਰਿਹਾ ਸੀ ਕਿ ਇੱਥੇ ਸਤਿਗੁਰੂ ਨੇ ਬਾਹਰ ਦੇ ਦਿੱਤਾ। ਜਦੋਂ ਵਾਪਸ ਆਏ, ਬਾਬਾ ਕਲਿਆਣ ਦਾਸ ਕਹਿੰਦੇ ਮਾਤਾ ਤ੍ਰਿਪਤਾ ਜੀ ਨੂੰ, ਕਹਿੰਦੇ ਦੇਖ ਤੈਨੂੰ ਮੈਂ ਕਿਹਾ ਸੀ ਇਹਨੂੰ ਚਾਰ ਦੀਵਾਰੀ ਦੇ ਵਿੱਚ ਹੀ ਰੱਖੀ, ਜੇ ਤੂੰ ਇਹਨੂੰ ਦਰਵਾਜ਼ੇ ਤੋਂ ਬਾਹਰ ਘੱਲ ਦਿੱਤਾ, ਆ ਜਿਹੜਾ ਸੋਨੇ ਦਾ ਕੰਗਣ ਪਵਾਇਆ ਵਾਪਸ ਨਹੀਂ ਮੁੜੇਗਾ। ਉਹੀ ਗੱਲ ਬਣੀ ਹੈ। ਸਤਿਗੁਰੂ ਖੜੇ ਨੇ, ਚੁੱਪ ਕਰਕੇ ਆਪਣੇ ਪਿਤਾ ਵੱਲ ਵੇਖੀ ਜਾਂਦੇ ਨੇ। ਕੋਈ ਆਵਾਜ਼ ਗੂੰਜ ਰਹੀ ਹੈ ਕੋਲ, ਉਹ ਆਵਾਜ਼ ਦੇ ਸ਼ਬਦ ਸਨ, ਇਸ ਨਾਨਕ ਨੂੰ ਇਸ ਛੋਟੇ ਜਿਹੇ ਘਰ ਵਿੱਚ ਕਿੰਨਾ ਕੁ ਚਿਰ ਤੁਸੀਂ ਰੱਖੋਗੇ? ਇਹਦਾ ਘਰ ਤੇ ਸਾਰਾ ਬ੍ਰਹਿਮੰਡ ਹੈ, ਤੁਸੀਂ ਇਸ ਚਾਰ ਦੀਵਾਰੀ ਵਿੱਚ ਇਹਨੂੰ ਰੋਕ ਨਹੀਂ ਸਕਦੇ। ਨਾਲੇ ਇਹਨੇ ਤੇ ਅੰਦਰੋਂ ਪਤਾ ਨਹੀਂ ਕਿੰਨੇ ਕੁ ਖਜ਼ਾਨੇ ਲਿਆਂਦੇ ਨੇ ਰੱਬ ਦੇ ਘਰੋਂ, ਇਹ ਆਪ ਵੰਡਦਾ ਰਹੇਗਾ। ਜਿਨ੍ਹਾਂ ਨੂੰ ਵੰਡੇਗਾ ਉਹਨਾਂ ਨੂੰ ਵੀ ਕਹੇਗਾ ਤੁਸੀਂ ਵੀ ਰੱਜ ਕੇ ਵੰਡੋ, ਤੇ ਇਹਦੇ ਖਜ਼ਾਨੇ ਖਤਮ ਨਹੀਂ ਹੋਣਗੇ। ਤੁਸੀਂ ਇਹਦੇ ਤੋਂ ਕਿਉਂ ਘਬਰਾਉਂਦੇ ਹੋ? ਪਰ ਇਹ ਦਾਤ ਮਿਲਦੀ ਬੜੀ ਕਠਿਨ। ਇਸ ਕਰਕੇ ਕਹਿੰਦੇ ਭਾਈ ਗੁਰਦਾਸ ਜੀ ਨੇ ਕਿਹਾ, ਵਤਨ ਪਰ ਉਪਕਾਰ ਨੂੰ ਕਰ ਪਾਰ ਵਸਾਂਦੇ। ਪਰ ਉਪਕਾਰ ਦੇ ਨਾਲ ਖੁਸ਼ੀ ਪੈਦਾ ਹੁੰਦੀ, ਦੂਜੇ ਦਾ ਭਲਾ ਕਰਨ ਦੇ ਨਾਲ ਆਪਣਾ ਭਲਾ ਹੁੰਦਾ ਹੈ। ਧਿਆਨ ਦੇਣਾ, ਕਿਸੇ ਨੂੰ ਜੁੜਨ ਦੇ ਵਿੱਚ ਇਮਦਾਦ ਕਰਨ ਦੇ ਨਾਲ ਬੰਦਾ ਆਪ ਜੁੜਦਾ ਹੈ। ਸਿੱਖੀ ਦੀ ਇੱਕ ਰਵਾਇਤ ਹੈ, ਇਹਦੇ ਵਿੱਚ ਜਦੋਂ ਕਿਸੇ ਤੇ ਵੱਡੀ ਬਖਸ਼ਿਸ਼ ਵਰਦੀ ਹੈ ਨਾ, ਜੁੜੇ ਹੋਏ ਦੀ ਅਸੀਸ ਉਹਨੂੰ ਲੱਗਦੀ ਹੈ। ਧਿਆਨ ਦੇਣਾ, ਜੇ ਉਹਦੇ ਵਿੱਚ ਸਹਾਈ ਹੋ ਜਾਏ। ਕਿਸੇ ਨੂੰ ਜੋੜ ਦੇਣਾ, ਜੁੜਨ ਵਿੱਚ ਸਹਾਇਤਾ ਕਰ ਦੇਣੀ। ਇਸ ਕਰਕੇ ਦੋ ਚੀਜ਼ਾਂ ਨੇ ਸਿੱਖੀ ਦੇ ਵਿੱਚ, ਇਹਨਾਂ ਦਾ ਬਹੁਤ ਮੁੱਲ ਹੈ। ਜਪ ਤਪ ਤੋਂ ਵੀ ਵੱਡਾ। ਇੱਕ ਨੂੰ ਕਹਿੰਦੇ ਨੇ ਅਸੀਸ, ਇੱਕ ਨੂੰ ਕਹਿੰਦੇ ਨੇ ਬਦ ਅਸੀਸ। ਇੱਥੇ ਬਦ ਅਸੀਸ ਡੇਗ ਦਿੰਦੀ ਹੈ ਤੇ ਅਸੀਸ ਉੱਚਾ ਕਰ ਦਿੰਦੀ। ਤਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਬਦ ਆਇਆ ਹੈ ਕਿ ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼। ਅਸੀਸ ਦੇ ਦਿੱਤੀ ਗੁਰੂ ਨੇ, ਮਾਂ ਨੇ ਅਸੀਸ ਦਿੱਤੀ।
कि तेनू भुੱਲੇ ना कदी परत के भुੱਲੇ नहीं। असीस निकली जुड़े होए दे मन विचों। इस करके कहंदे मेरी खल्लों मौजड़े गुरसिख हंडांदे। भाई गुरदास जी कहंदे मेरी खल दे मौजड़े दा अर्थ हुंदा जुत्तियां। मौजड़े शब्द पैर दी जुत्ती नूं मौजड़े कहंदे ने, जुत्ती कहंदे ने। कहंदे गुरसिख हंडांदे, गुरु के सिख मेरे पैरां दियां शरीर दियां जिहड़ी चमड़ी है ਉਹਦੇ बना के जोड़े। कहंदे गुरसिख पैरां दे विच हंडाउण। मस्तक लगे साध रेन वड भाग जिन्हां दे। ये उन्हां दे बहुत वड्डे भाग ने जिन्हां दे मस्तक नूं गुरमुखां दी धूड़, चरनां दी, साधुआं दी धूड़ जिहड़ी है वो कहंदे लगदी है। बहुत वड्डे भागां वाले लोक ने। फिर भाई गुरदास जी ने निमरता दीआं उदाहरणां एक तो एक वध दित्तियां। कहंदे ज्यों पानी निव चलदा निवाण चलाया। पानी नीवें पासे नूं चलदा, सबना रंगा मिलै रल जाए रलाया। तूं इस तरह दी जाच सिख पानी वर्गी, नीवें पासे नूं चलना, निमरता विच आउणा ते हर एक हालात दे विच सहमत होण दी जाच सिख। जिवें पानी सहमत हो जांदा ना, लाल रंग पाओ तो लाल हो जाता, पीला पाओ तो पीला हो जाता। जिमें दा रंग पाओगे अगों विरोध नहीं करता। इहदा मतलब यह है कि जो कुछ गुरु वालों तेनों हुक्म मिलता है तू पानी वांग हो के उस हुक्म नूं रंग समझ के अपने विच पवा, उहदे नाल सहमत हो जा। पर उपकार कमावंदा उन आप गवाया। हमेशा पर उपकार करदा है। जे चुੱਲ੍ਹ ते रखो ਉਹਦੇ ਥੱਲੇ ਅੱਗ ਬਾਲ ਦਿਓ, ਅੱਗ ਉਹਨੂੰ ਸੇਕ ਦਿੰਦੀ ਹੈ, ਉਹ ਕੱਢਦਾ ਹੈ, ਉਬਲਦਾ ਹੈ। ਪਰ ਉਬਲ ਕੇ ਵੀ ਅੱਗ ਨਹੀਂ ਬਾਲਦਾ, ਉਬਲ ਕੇ ਡਿੱਗ ਕੇ ਅੱਗ ਨੂੰ ਬੁਝਾ ਦਿੰਦਾ ਹੈ। ਇਹ ਉਹਦੀ ਭਾਵਨਾ ਹੈ। ਗੁਰਸਿੱਖ ਦੇ ਅੰਦਰ ਇਹ ਦਾਤ ਵਰਤਦੀ ਏ। ਕਾਠ ਨਾ ਡੋਬੈ ਪਾਲ ਕੈ ਸੰਗ ਲੋਹ ਤਰਾਇਆ। ਕਹਿੰਦੇ ਇਸੇ ਤਰ੍ਹਾਂ ਲੱਕੜ ਨੂੰ ਆਪਣੇ ਉੱਤੇ ਤਾਰਦਾ, ਡੋਬਦਾ ਨਹੀਂ। नाल जे लोहा लगा तो उन्होंने भी तार देंदा। वुठै मिही सुकाल होए रस कस उपजाया। जमीन दे उत्ते वर के उहदे विच खेती नूं हरी करदा है। ये पर उपकार पैदा कर दिंदा है। कहंदे जीवन दियां मर साध होए सफलिओ जग आया। जिउंदे जी साध बनिया किवें? अपने आप नूं मार दिता उन्हें, अपने आप नूं खत्म कर दिता गुरु दे हुक्म दे विच, ते अपने आप नूं मार के नवां जीवन प्राप्त कर लिया, नवीं जिंदगी प्राप्त कर लई। फिर रुख दा उदाहरण देंदे ने निमरता दे नाल संबंधित। कहंदे सिर तलवाया जम्मिया होए अचल ना चलिया। रुख वांग निमरता धारण कर जदों उगया, ज्यों-ज्यों फल लगदा गया त्यों-त्यों उहदियां टाहणियां जमीन वल झुकदियां गईयां। कहंदे ज्यों-ज्यों तेरे ते बख्शिश होवे अपने आप नूं झुकाई। होए अचल, अचल दा मतलब जिथे जड़ लगी है ना उत्थों हिलदा नहीं। एक थां ते जड़ लग गई, मींह पवे, हनेरी आवे, धुप आवे, वो थां नहीं बदलदा ते सदा इक्को थां ते दृढ़ पक्का रहिंदा। गुरसिख अपने गुरु दे चरनां विच जुड़े रहिंदा है। जीवन विच धुप छां आवे, कुछ भी आवे, उन्हूं गुरु दे हुक्म विच सहन करदा है। कहंदे पानी पाला धुप सह ओह तपों ना टलिया। मींह पए, हनेरियां आईयां, धुंदां पईयां, कक्कर पिया, सब कुछ रुख अपने शरीर ते सह गया। कहंदे सफलिओ बिरख सुहावड़ा फल सुफलिओ फलिया। ये सारियां चीज़ां सह के फिर एक दिन बसंत रुत आ गई। बड़ा कुछ लंघिया सारा साल उहदे। बसंत रुत आई, उन्होंने बड़े सोहने पत्ते लगे, फुल लगे, फल उहदे नाल लग गए। कहंदे जदों फल लगे ना, फिर कहंदे फल दे वट वगाई है कर वत ना हलिया। फल लगे हुए ने, कोलों लंघदे ने, किसी ने इट चुक के मार दी अंब तोड़न वास्ते। मारन वाले ने इट मारी, रोड़ा मारिया, पर उन्हें अगों रोड़ा नहीं मारिया, उन्हें वापस फल दे दिता।
ਇਹ ਗੁਰਮੁਖ ਦਾ ਗੁਣ ਹੈ। ਉਹਨੂੰ ਤੁਸੀਂ ਦੁੱਖ ਵੀ ਦਿਓ ਤੇ ਅੱਗੋਂ ਦੁੱਖ ਵਾਪਸ ਕਰੇਗਾ ਨਹੀਂ, ਕਿਉਂਕਿ ਉਹਦੇ ਕੋਲ ਦੁੱਖ ਹੈ ਹੀ ਨਹੀਂ। ਸਭ ਤੋਂ ਵੱਡਾ ਕਾਰਨ ਇਹ ਹੈ, ਦੁੱਖ ਦੇ ਨਹੀਂ ਸਕਦਾ। ਦੇਗਾ ਤੇ ਉਹ ਹੀ ਨਾ ਬੰਦਾ ਜਿਹਦੇ ਕੋਲ ਜੋ ਕੁਝ ਹੈ। ਅਸੀਂ ਕੀ ਦਿੰਦੇ ਹਾਂ? ਅਸੀਂ ਉਹ ਹੀ ਦਿੰਦੇ ਹਾਂ ਜੋ ਕੁਝ ਸਾਡੇ ਕੋਲ ਹੈ। ਜੋ ਕੁਝ ਸਾਡੇ ਕੋਲ ਨਹੀਂ ਉਹ ਦੇ ਕਿਵੇਂ ਸਕਦੇ? ਜੇ ਅਸੀਂ ਕਿਸੇ ਨੂੰ ਦੁੱਖ ਹੀ ਦੇ ਰਹੇ ਹਾਂ ਦਿਨ ਰਾਤ, ਇਹਦਾ ਮਤਲਬ ਸਾਡੇ ਕੋਲ ਹੈ ਹੀ ਦੁੱਖ ਹੈ, ਹੋਰ ਕੁਝ ਹੈ ਹੀ ਨਹੀਂ। ਜੇ ਸਾਡੇ ਤੋਂ ਦੁੱਖ ਕਿਸੇ ਨੂੰ ਦਿੱਤਾ ਹੀ ਨਹੀਂ ਜਾਂਦਾ, ਉਹਦਾ ਮਤਲਬ ਸਾਡੇ ਕੋਲ ਦੁੱਖ ਹੈ ਹੀ ਨਹੀਂ। ਇਸ ਕਰਕੇ ਜੋ ਕੁਝ ਅੰਦਰ ਹੈ ਉਹ ਬਾਹਰ ਵੰਡਿਆ ਜਾਏਗਾ। ਉਹਨੇ ਫਲ ਵਾਪਸ ਕਰ ਦਿੱਤਾ। ਆਪਣੇ ਸਰੀਰ ਦੇ ਉੱਤੇ ਆਰਾ ਵੀ ਸਹਿ ਲਿਆ ਪਰ ਆਪਣਾ ਅੰਗ ਨਹੀਂ ਹਿਲਾਇਆ। ਕਹਿੰਦੇ ਬੁਰੇ ਕਰਨ ਬੁਰਿਆਈਆਂ, ਭਲਿਆਈ ਭਲਿਆਂ। ਸੰਸਾਰ ਦੀ ਇੱਕ ਰੀਤ ਹੈ, ਬੁਰੇ ਨਾਲ ਬੁਰਿਆਈ, ਭਲੇ ਨਾਲ ਭਲਿਆਈ ਕਰੋ। ਇਹ ਇੱਕ ਤਰੀਕਾ ਹੈ। ਪਰ ਅਵਗਣ ਕੀਤੇ ਗੁਣ ਕਰਨ ਜਗ ਸਾਧ ਵਿਰਲਿਆ। ਐਸੇ ਸਾਧੂ ਵਿਰਲੇ ਨੇ, ਐਸੇ ਗੁਰਮੁਖ ਬਹੁਤ ਘੱਟ ਨੇ ਜਿਹੜੇ ਭਾਈ ਗੁਰਦਾਸ ਜੀ ਕਹਿੰਦੇ ਜਿਨ੍ਹਾਂ ਦੇ ਨਾਲ ਤੁਸੀਂ ਬੁਰਿਆਈ ਕਰੋ ਉਹ ਅੱਗੋਂ ਚੰਗਿਆਈ ਕਰਦੇ ਨੇ। ਇਹਦਾ ਕਾਰਨ ਇੱਕੋ ਹੀ ਹੈ, ਉਹਨਾਂ ਕੋਲ ਬੁਰਿਆਈ ਹੁੰਦੀ ਨਹੀਂ। ਉਹਨਾਂ ਦੇ ਕੋਲ ਉਹ ਸਿਸਟਮ ਹੀ ਖਤਮ ਹੋ ਜਾਂਦਾ ਬੁਰਿਆਈ ਕਰਨ ਵਾਲਾ। ਦੁੱਖ ਦੇ ਹੀ ਨਹੀਂ ਸਕਦੇ, ਉਹਨਾਂ ਤੋਂ ਦੁੱਖ ਆ ਹੀ ਨਹੀਂ ਸਕਦਾ। ਇਸ ਕਰਕੇ ਕਹਿੰਦੇ ਅਵਸਰ ਆਪ ਛਲਾਏਂਦੇ ਤਿਨ ਅਵਸਰ ਛਲਿਆ। ਦੁਨੀਆ ਦੇ ਭਾਣੇ ਵਿੱਚ ਦੁਨੀਆ ਸੋਚਦੀ ਰਹਿੰਦੀ ਹੈ ਵੀ ਇਹ ਛਲੇ ਗਏ, ਇਹਨਾਂ ਨੂੰ ਲੋਕ ਧੋਖਾ ਦੇ ਗਏ, ਇਹ ਲੁੱਟੇ ਗਏ, ਪਰ ਉਹ ਲੁੱਟਿਆ ਨਹੀਂ ਜਾ ਸਕਦਾ। ਖੂਹ ਨੂੰ ਕੀ ਲੁੱਟੇਗਾ? ਖੂਹ ਪਾਣੀ ਦਾ ਭਰਿਆ, ਲੁਟੇਰੇ ਪੈ ਗਏ। ਲੁਟੇਰਿਆਂ ਨੇ ਵੀ ਸੋਚਿਆ ਵੀ ਖੂਹ ਨੂੰ ਲੁੱਟ ਲਈਏ, ਪਾਣੀ ਭਰ ਲਈਏ। ਕਿੰਨਾ ਕੁ ਭਰਨਗੇ? ਇੱਕ ਬਾਲਟੀ ਭਰੀ ਹੋਰ, ਕਿਉਂਕਿ ਸੋਮੇ ਥੱਲੇ ਲੱਗੇ ਹੋਏ ਨੇ ਜ਼ਮੀਨ ਵਿੱਚ। ਲੁੱਟੀ ਛਪੜੀ ਜਾ ਸਕਦੀ, ਖੂਹ ਨਹੀਂ ਲੁੱਟਿਆ ਜਾ ਸਕਦਾ। ਤੇ ਛਪੜੀ ਤੇ ਵੈਸੇ ਹੀ ਲੁੱਟੀ ਹੋਈ, ਉਹਨੇ ਸੁੱਕੀ ਜਾਣਾ ਹੈ। ਕਹਿੰਦੇ ਨੇ ਉਹਨਾਂ ਨੂੰ ਕੋਈ ਛਲ ਨਹੀਂ ਸਕਦਾ, ਪਰ ਉਹ ਕਹਿੰਦੇ ਸਾਰਿਆਂ ਨੂੰ ਛਲਿਆ ਦਾ ਭਾਵ ਹੈ ਵੀ ਉਹਨਾਂ ਨੇ ਸਾਰਿਆਂ ਨੂੰ ਤ੍ਰਿਪਤ ਕਰ ਦਿੱਤਾ, ਸਾਰਿਆਂ ਨੂੰ ਰਜਾ ਦਿੱਤਾ। ਇਹ ਦਾਤ ਉਹਨਾਂ ਨੂੰ ਮਿਲਦੀ ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੈ। ਇਹ ਦਾਤ ਉਹਨਾਂ ਨੂੰ ਮਿਲਦੀ ਹੈ ਜਿਵੇਂ ਮੁਰਦਾ ਮੁਰੀਦ ਮੁਰਦੇ ਵਰਗਾ ਹੋਵੇ। ਉਦਾਹਰਨ ਦਿੱਤੀ ਹੈ, ਜਿਵੇਂ ਉਹ ਗੋਰ ਵਿੱਚ ਕਬਰ ਵਿੱਚ ਰੱਖ ਦਈਏ ਤੇ ਕਬਰ ਵਰਗੀ ਹੋ ਜਾਂਦੀ ਹੈ, ਸਰੀਰ ਦੀ ਜਿਹੜੀ ਮਿੱਟੀ ਬਣ ਜਾਂਦੀ। ਇਸੇ ਤਰ੍ਹਾਂ ਗੁਰਸਿੱਖ ਗੁਰੂ ਕੇ ਸ਼ਬਦ ਵਿੱਚ ਜੁੜਦਾ ਜੁੜਦਾ ਗੁਰੂ ਕੇ ਸ਼ਬਦ ਦਾ ਰੂਪ ਧਾਰਨ ਕਰ ਜਾਂਦਾ। ਉਹਦਾ ਮਨ ਦਾ ਸਰੂਪ ਖਤਮ ਹੋ ਜਾਂਦਾ, ਉਹਦੇ ਵਿੱਚ ਲੀਨ ਹੋ ਜਾਂਦਾ। ਕਹਿੰਦੇ ਸ਼ਬਦ ਸੁਰਤ ਲਿਵ ਲੀਨ ਹੋਏ ਉਹ ਆਪ ਗਵਾਵੇ। ਇਸ ਤਰ੍ਹਾਂ ਸਹਿਜੇ ਸਹਿਜੇ ਸ਼ਬਦ ਤੇ ਸੁਰਤ ਦੋਵੇਂ ਲੀਨ ਹੋ ਜਾਂਦੇ ਨੇ। ਸ਼ਬਦ ਵੀ ਲੀਨ ਹੋ ਗਿਆ ਤੇ ਸੁਰਤ ਵੀ, ਉੱਥੇ ਪ੍ਰੇਮ ਬਣਿਆ। ਜਦੋਂ ਦੋਵੇਂ ਚੀਜ਼ਾਂ ਮਿਟਦੀਆਂ ਨੇ ਨਾ, ਉਹਦਾ ਪ੍ਰੇਮ ਬਣ ਜਾਂਦਾ, ਉਹਦਾ ਚਾਨਣ, ਉਹਦਾ ਸਰੂਪ ਹੈ। ਜਦੋਂ ਆਪਣੇ ਹੰਕਾਰ ਨੂੰ ਗਵਾ ਦਿੰਦਾ, ਕਹਿੰਦੇ ਤਨ ਧਰਤੀ ਕਰ ਧਰਮਸ਼ਾਲ ਮਨ ਦੱਬ ਵਿਛਾਵੈ। ਤਨ ਨੂੰ ਧਰਤੀ ਬਣਾ ਦੇ, ਧਰਮਸ਼ਾਲ ਬਣਾ ਦੇ ਇਸ ਸਰੀਰ ਨੂੰ। ਮਨ ਦੱਬ ਵਿਛਾਵੈ, ਤੇ ਮਨ ਨੂੰ ਦੱਬ ਵਾਂਗੂ ਵਿਛਾ ਦੇ। ਦੱਬ ਦੀਆਂ ਜਿਵੇਂ ਕਈ ਆ ਜਿਹੜੀਆਂ ਚਿੱਟਾਂ ਬਣਦੀਆਂ ਨੇ, ਭਾਵ ਨਿਮਰਤਾ ਧਾਰਨ ਕਰੇ, ਆਪਣੇ ਆਪ ਨੂੰ ਨੀਵਾਂ ਕਰ ਦੇਵੇ। ਲੱਤਾਂ ਹੇਠ ਲਤਾੜੀਐ ਗੁਰ ਸ਼ਬਦ ਕਮਾਵੈ। ਗੁਰੂ ਕੇ ਸ਼ਬਦ ਦੀ ਕਮਾਈ ਕਰਕੇ ਕਹਿੰਦੇ ਆਪਣੇ ਆਪ ਨੂੰ ਘਾਹ ਵਾਂਗੂ ਨੀਵਾਂ ਕਰਦਾ। ਭਾਏ ਭਗਤ ਨਿਵਾਨ ਹੋਏ ਗੁਰਮਤਿ ਠਹਿਰਾਵੈ। ਭਾਵਨਾ ਵਿੱਚ, ਭਗਤੀ ਵਿੱਚ ਲੱਗ ਕੇ, ਗੁਰਮਤਿ ਵਿੱਚ ਜੁੜ ਕੇ ਆਪਣੇ ਮਨ ਨੂੰ ਠਹਿਰਾ ਦੇਵੇ। ਵਰਸੈ ਨਿਜਰ ਧਾਰ ਹੋਏ ਸੰਗਤ ਚੱਲ ਆਵੈ। ਕਹਿੰਦੇ ਨੇ ਮੀਂਹ ਵਾਂਗੂ ਵਸੇ, ਭਾਵ ਲਗਾਤਾਰ। ਨਿਜਰ ਦਾ ਮਤਲਬ ਹੁੰਦਾ ਉਹ ਮੀਂਹ ਜਿਹਦੇ ਵਿੱਚ ਕੋਈ ਫਰਕ ਨਹੀਂ ਪੈਂਦਾ, ਭਾਵ ਲਗਾਤਾਰ। ਭਾਵ ਉਹਦਾ ਪ੍ਰੇਮ ਵਕਤੀ ਨਹੀਂ, ਲਗਾਤਾਰ ਹੀ ਹੋਣਾ ਚਾਹੀਦਾ। ਇਸ 9ਵੀਂ ਪੌੜੀ ਵਿੱਚ ਗੁਰਸਿੱਖਾਂ ਦੇ ਲੱਛਣ ਭਾਈ ਗੁਰਦਾਸ ਜੀ ਨੇ ਗਿਣੇ ਨੇ। ਆਓ 2-4 ਮਿੰਟ ਵਾਸਤੇ ਗੁਰੂ ਸ਼ਬਦਾਂ ਨਾਲ ਸਾਂਝ ਪਾਈਏ ਸਾਰੇ ਪਿਆਰ ਸਹਿਤ।
ਇਕਾਗਰ ਚਿਤ ਹੋ ਕੇ ਧਿਆਨ ਲਾ ਕੇ ਬੈਠੋ। ਸਾਰਿਆਂ ਨੇ ਬੋਲਣ ਦੀ ਕਿਰਪਾ ਕਰਨੀ। ਵਾਹਿਗੁਰੂ ਵਾਹਿਗੁਰੂ